क्यों सचियारा हुई है, क्यों सचियारा हुई है, क्यों सचियारा हुई है, क्यों कूड़े टुटे पार, क्यों कूड़े टुटे पार। हुक्म रज़ाई चलना, हुक्म रज़ाई चलना, नानक लिखे आना, नानक लिखे आना। क्यों सचियारा हुई है, क्यों सचियारा हुई है, क्यों कूड़े टुटे पार, क्यों कूड़े टुटे। हुक्म रज़ाई चलना, हुक्म रज़ाई चलना, नानक लिखे आना, नानक लिखे आ, नानक लिखे आ, नानक लिखे आ ना। प्यारी साध संगत जी, ये जपजी साहब की पहली पौड़ी का सवाल है और सारे मनुखों नूं अपने आप ते टुका के पढ़न वास्ते समझण लई कि मैं कुड़ियार तो सचियार किवें बना। जे एक बारी ये ख्याल आ जाए कि मैं कुड़ियार हाँ, तो समर्पण हो गया, तो सरेंडर हो गया। मन लिया नम्रता विच कि मैं कुड़ियार हाँ। ये बहुत अच्छी अवस्था है। काश असी रोज जपजी साहब इंज पढ़िए। That I can be mistaken also। सानू भुलेखा होंदा है कि मैं ते कदे गलत होंदा ही नहीं। सानू भुलेखा होंदा आई एम ऑलवेज मिस्टर राइट। इस तरह पत्नी नू भुलेखा होंदा है आई एम ऑलवेज मिसिज राइट। साडे घरां दे विच झगड़े भी ताई होंदे ने, साडे समाजिक तौर ते झगड़े भी ताई होंदे ने क्योंकि असी तो हमेशा सोचते हैं मैं ही ठीक हाँ। और जदों मैनू ये भुलेखा पै जाए कि मैं ठीक हाँ, तो मैं चंगा गुण कदे लै नहीं सकता। साडा दिल्ली सैमीनार होया सी 2 दिन का। हौमै ईगो दे उपर असी शब्द पढ़िया सी, हौमै दीर्घ रोग है दारू भी समाए। तो असी उहदे विच ये भी समझण दा यतन कीता सी, हौमै कित्थों उपजै, हौमै स्टार्ट कैसे होती है। और फिर समझिया सी कित संजम में जाए जाती कैसे है। तो जदों ये सैमीनार मैं करके अमेरिका अपने घर वापस गया तो मेरे घर वाले कहते हैं तुहाडी एक टेप 2-2 4-4 5-5 साल बाद निकलती है, कदों अमरीका आएगी, कदों असी सुनांगे। तुसी दिल्ली अंदर हौमे सैमीनार विच की विचार करके आए हो। तो मैं उन्हां नाल सांझ कीती कि हौमे दा सैमीनार संगत विच करदिआं मैनूं ना इस तरह महसूस होया
ਮੈਨੂੰ ਪਤਾ ਨਹੀਂ ਕਿਹੜੀ ਅਕਲ ਆ ਗਈ ਹੈ ਕਿ ਮੈਂ ਲੋਕਾਂ ਦੇ ਅਵਗੁਣ ਵੇਖ ਸਕਦਾ ਹਾਂ। ਐਂਡ ਦਿਸ ਇਜ਼ ਹਾਊ ਦਾ ਈਗੋ ਸਟਾਰਟਸ। ਬਹੁਤ ਦੁਖਦਾਈ ਅਵਸਥਾ ਹੈ ਕਿ ਮੈਨੂੰ ਇਹ ਇੰਟਲੈਕਟ ਆ ਗਿਆ ਹੈ, ਮੈਨੂੰ ਇਹ ਅਕਲ ਆ ਗਈ ਹੈ ਕਿ ਮੈਨੂੰ ਦੂਜਿਆਂ ਦਾ ਅਵਗੁਣ ਦੇਖਣਾ ਆ ਗਿਆ ਹੈ। ਜਦੋਂ ਦੂਜਿਆਂ ਦਾ ਅਵਗੁਣ ਦੇਖਣਾ ਆ ਜਾਏ ਤਾਂ ਇੱਕ ਗੱਲ ਭੁੱਲ ਜਾਂਦੀ ਹੈ ਕਿ ਅਸੀਂ ਦੂਜੇ ਦਾ ਗੁਣ ਨਹੀਂ ਵੇਖ ਪਾਉਂਦੇ ਹਾਂ। ਅਮਰੀਕਾ ਸਾਡੇ ਸਟੋਰ 'ਤੇ ਇੱਕ ਜਿਊਸ਼ ਕੁੜੀ ਕੰਮ ਕਰਦੀ ਸੀ, ਬਹੁਤ ਸੁਚੱਜੀ, ਬੜੀ ਸੁਜਾਨ, ਬੜੀ ਸੁੰਦਰ। ਕਾਫੀ ਸਾਲ ਕੰਮ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਾ ਇਹ ਰੋਜ਼ ਇਹਦਾ ਇੱਕ ਮਿੱਤਰ ਇਹਨੂੰ ਮਿਲਣ ਆਉਂਦਾ ਹੈ ਔਰ ਇਹਦੇ ਨਾਲ ਅਗਲੇ ਹਫਤੇ ਵਿਆਹ ਕਰਾਉਣਾ ਹੈ ਔਰ ਵਿਆਹ ਕਰਾਉਣ ਤੋਂ ਬਾਅਦ ਇਹ ਸਾਡੇ ਇੱਥੇ ਕੰਮ 'ਤੇ ਨਹੀਂ ਆਇਆ ਕਰੇਗੀ। ਉਸ ਦਾ ਮਿੱਤਰ ਉਹਨੂੰ 2-3 ਸਾਲ ਮਿਲਣ ਆਉਂਦਾ ਰਿਹਾ ਔਰ ਵਿਆਹ ਹੋ ਗਿਆ। ਵਿਆਹ ਦੇ 6 ਮਹੀਨੇ ਬਾਅਦ ਉਹ ਸਾਡੇ ਸਟੋਰ 'ਤੇ ਆਈ। ਉਹਦੀਆਂ ਅੱਖਾਂ ਦੇ ਇੱਥੇ ਕਾਲੇ ਧੱਬੇ ਪਏ ਹੋਏ ਸੀ। ਉਹਦਾ ਸਾਰਾ ਸੁੰਦਰ ਚਿਹਰਾ ਕਰੂਪਤਾ 'ਚ ਬਦਲਿਆ ਹੋਇਆ ਸੀ, ਬਹੁਤ ਉਦਾਸ। ਉਹਨੂੰ ਅਸੀਂ ਪੁੱਛਿਆ ਕੀ ਹੋਇਆ? ਤੇਰਾ ਮਿੱਤਰ ਸੀ। ਕਹਿੰਦੀ ਹੈ ਵਿਆਹ ਤੋਂ ਪਹਿਲਾਂ ਉਹ ਮੈਨੂੰ ਐਪਰੀਸ਼ੀਏਟ ਕਰਦਾ ਸੀ, ਵਿਆਹ ਤੋਂ ਬਾਅਦ ਦਰਅਸਲ ਕੀ ਹੋਇਆ, ਉਹ ਮੋਟਰ ਵਹੀਕਲ ਡਿਪਾਰਟਮੈਂਟ ਵਿੱਚ ਕੰਮ ਕਰਦਾ ਸੀ। ਸੜਕ ਉੱਤੇ ਖੜਾ ਹੋ ਕੇ ਜਿਹੜੀਆਂ ਕਾਰਾਂ ਗਲਤ ਚੱਲਦੀਆਂ ਹੈ ਉਹਨਾਂ ਨੂੰ ਪਕੜਦਾ ਸੀ। ਉਸ ਨੂੰ ਪਤਾ ਨਹੀਂ ਇੱਕ ਕੀ ਆਦਤ ਪੈ ਗਈ ਕਿ ਜਿਹੜੀਆਂ ਕਾਰਾਂ ਠੀਕ ਚੱਲਦੀਆਂ ਉਹ ਉਸ ਨੂੰ ਨਜ਼ਰ ਹੀ ਨਹੀਂ ਸਨ ਆਉਂਦੀਆਂ। ਉਹਦੀ ਇੱਕ ਪੱਕੀ ਆਦਤ ਬਣ ਗਈ, ਕੌन सी कार गलत चलती है उसको पकड़ो। ਕਹਿੰਦੀ ਹੈ ਵਿਆਹ ਤੋਂ ਬਾਅਦ ਪਤਾ ਨਹੀਂ ਕੀ ਹੋਇਆ, ਸਾਰੇ ਦਿਨ 'ਚ, ਪੂਰੇ ਹਫਤੇ 'ਚ, ਪੂਰੇ ਮਹੀਨੇ 'ਚ ਉੱਠਦਿਆਂ ਬੈਠਦਿਆਂ ਉਹਨੂੰ ਮੇਰੇ 'ਚੋਂ ਕੋਈ ਚੰਗਾ ਗੁਣ ਨਜ਼ਰ ਨਹੀਂ ਸੀ ਆਉਂਦਾ। ਜਿੱਥੇ ਜ਼ਰਾ ਜੀ ਕੋਈ ਗਲਤੀ ਹੁੰਦੀ ਸੀ ਉਹ ਮੇਰੇ ਅਵਗੁਣ ਪਕੜਦਾ ਸੀ ਔਰ ਸਾਡੀ ਆਪਸ ਵਿੱਚ ਤੂੰ ਮਹਿਮਾ ਸ਼ੁਰੂ ਹੋਈ। ਮੇਰਾ ਤਲਾਕ ਹੋ ਗਿਆ ਹੈ, ਮੈਨੂੰ ਡਿਪਰੈਸ਼ਨ ਹੈ ਔਰ ਮੈਂ ਡਿਪਰੈਸ਼ਨ ਦੀਆਂ ਦਵਾਈਆਂ ਖਾਂਦੀ ਹਾਂ। ਇਹ ਕਾਲੇ ਧੱਬੇ ਇਸ ਕਰਕੇ ਪਏ ਨੇ। ਉਸ ਦੀ ਇਸ ਪ੍ਰੈਕਟੀਕਲ ਹੈਪਨਿੰਗ ਤੋਂ ਮੈਂ ਇੱਕ ਗੱਲ ਸਿੱਖੀ, ਉਹ ਕਿ ਜਦੋਂ ਤੁਹਾਨੂੰ ਦੂਜਿਆਂ ਦਾ ਅਵਗੁਣ ਦੇਖਣ ਦੀ ਆਦਤ ਹੋ ਜਾਏ, ਗੁਣ ਵੱਲੋਂ ਅੱਖ ਬੰਦ ਹੋ ਜਾਂਦੀ ਹੈ ਔਰ ਇਹ ਵਾਲੀ ਅੱਖ ਦੇ ਨਾਲ ਆਪਣੇ ਵੱਲ ਦੇਖਣਾ ਸੀ ਤਾਂ ਵੀ ਇਹ ਬੰਦ ਹੋ ਜਾਂਦੀ ਹੈ। ਸਿਰਫ ਦੂਜਿਆਂ ਵੱਲ ਦੇਖਣਾ ਹੈ। कबीर साहब कहते ने आवरण हस्त आप हैं काणे, तिनको देख कबीर लजाने। ਜਿਹੜੇ ਹਮੇਸ਼ਾ ਦੂਸਰਿਆਂ ਦੇ ਅਵਗੁਣ ਵੇਖਦੇ ਨੇ ਉਹ ਕਾਣੇ ਹੁੰਦੇ ਹਨ। ਕਬੀਰ ਸਾਹਿਬ ਦੀ ਬੋਲੀ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, आवरण हस्त आप हैं काणे, तिनको देख कबीर लजाने। लज्जा आती है ऐसे ख्यालों से। जो ख्याल कोई प्रैक्टिस करता है तो जदों इस तरीके नाल असी बन जाते हैं ना, तो अपने वल झाती नहीं पैंदी है। हाँ मैं ਜਦੋਂ ਆਪਣੇ ਵੱਲ ਝਾਤੀ ਨਾ ਪਵੇ, ਦੂਜਿਆਂ ਵੱਲ ਝਾਤੀ ਪਵੇ ਤਾਂ ਦੂਜਿਆਂ ਦੇ ਅਵਗੁਣ ਅਸੀਂ ਲੱਭੀਏ ਤਾਂ ਸਾਡੀ ਦੂਰੀ ਵੱਧਦੀ ਹੈ। ਅਸੀਂ ਉਸ ਨੂੰ ਮਾਫ ਨਹੀਂ ਕਰ ਸਕਦੇ ਹਾਂ। ਵੀ ਫੋਰਗੇਟ ਹਾਊ ਟੂ ਫੋਰਗਿਵ ਅਦਰ ਪਾਰਟੀ। ਵੀ ਫੋਰਗੇਟ ਵੇਖ ਕੇ ਅਣਡਿੱਠ ਕਰਨਾ। ਇਹ ਸਾਡਾ ਸੁਭਾਅ ਵਿਗੜਦਾ ਜਾਂਦਾ ਹੈ। ਜਿਉਂ-ਜਿਉਂ ਇੰਜ ਸਾਡੀ ਆਦਤ ਪੱਕਦੀ ਜਾਏ,
ਸਾਡੀ ਹਉਮੈ ਪੱਕਦੀ ਜਾਂਦੀ ਹੈ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ। ਜਿਉਂ ਜਿਉਂ ਚਲੈ ਚੁਭੈ, ਕੰਡਾ ਚੁਭਦਾ ਹੈ ਹਉਮੈ ਦਾ। ਮੈਂ ਬੜਾ ਸਿਆਣਾ ਹਾਂ, ਮੈਂ ਬੜਾ ਪਾਇਸ ਹਾਂ, ਮੈਂ ਬੜਾ ਧਰਮੀ ਹਾਂ। ਔਰ ਇਹ ਭੁਲੇਖਾ ਜਦੋਂ ਪੈ ਜਾਂਦਾ ਹੈ, ਉਹ ਜਪਜੀ ਸਾਹਿਬ ਦੀ ਇਹ ਪਹਿਲੀ ਪੰਕਤੀ ਨੂੰ ਪੜ੍ਹ ਕੇ ਕਿਸ ਤਰ੍ਹਾਂ ਲੈਂਦਾ ਹੈ ਕਿ ਮੈਂ ਕੁੜਿਆਰ ਤੋਂ ਸਿਆਰ ਕਿਵੇਂ ਬਣਾ। ਕੁੜਿਆਰ ਤੇ ਉਹ ਮੰਨ ਹੀ ਨਹੀਂ ਰਹੇ ਆਪਣੇ ਆਪ ਨੂੰ। ਸੋ ਗੁਰੂ ਸਾਹਿਬ ਕਹਿੰਦੇ ਨੇ ਆਪਣੇ ਆਪ ਨੂੰ ਇਸ ਅਵਸਥਾ 'ਚ ਲਿਆ, ਸਮਝ ਕਿ ਮੈਂ ਕੁੜਿਆਰਾ ਹਾਂ। ਜੇ ਮੰਨ ਲਿਆ ਤਾਂ ਜੋ ਮੰਨ ਲਵੇ ਕਿ ਮੈਂ ਬਿਮਾਰ ਹਾਂ, ਉਹ ਸਤਿਗੁਰ ਕੋਲੋਂ ਬਿਮਾਰੀ ਤੋਂ ਛੁੱਟਣ ਦਾ ਇਲਾਜ ਜ਼ਰੂਰ ਪੁੱਛੇਗਾ। ਗੁਰੂ ਸਾਹਿਬ ਨੇ ਪਹਿਲੀ ਪੌੜੀ ਦੀ ਪਹਿਲੀ ਇਸ ਸਵਾਲ ਨੂੰ ਪੁੱਛ ਕੇ ਨਾਲ ਕਿਹਾ, ਹੁਕਮ ਰਜ਼ਾਈ ਚੱਲਣਾ, ਰੱਬ ਜੀ ਦਾ ਹੁਕਮ, ਰੱਬ ਜੀ ਦੀ ਰਜ਼ਾ, ਰੱਬ ਜੀ ਦਾ ਭਾਣਾ। ਦਾ ਵੇ ਰੱਬ ਜੀ ਥਿੰਕਸ, ਰੱਬ ਜੀ ਦਾ ਪੈਰਾਡਿਮ, ਰੱਬ ਜੀ ਦਾ ਵਿਜ਼ਨ। ਜੇ ਰੱਬ ਜੀ ਦਾ ਵਿਜ਼ਨ ਮੀਨਸ ਰੱਬ ਜੀ ਦੇ ਦੇਖਣ ਦੀ ਜਾਚ ਮੈਨੂੰ ਆ ਜਾਏ, ਉਹਨੂੰ ਕਹਿੰਦੇ ਨੇ ਹਰ ਜਨ ਦੇਖੋ ਸਤਿਗੁਰ ਨੈਣੀ। ਸਤਿਗੁਰ ਦੀਆਂ ਨਜ਼ਰਾਂ ਦੇ ਨਾਲ ਦੇਖਣ ਦੀ ਜਾਚ ਸਿੱਖ। ਦਾ ਵੇ ਸਤਿਗੁਰ ਲੁਕਸ ਐਟ। ਮੈਂ ਦੇਖਦਾ ਹੈ ਇਹ ਅਮੀਰ ਹੈ, ਗਰੀਬ ਹੈ, ਇਹ ਤੇਰਾ ਹੈ, ਇਹ ਮੇਰਾ ਹੈ, ਇਹ ਦੇਸੀ ਹੈ, ਪਰਦੇਸੀ ਹੈ, ਇਹ ਗੋਰਾ ਹੈ, ਇਹ ਕਾਲਾ ਹੈ, ਇਹ ਅਮੀਰ ਹੈ, ਗਰੀਬ ਹੈ, ਇਹ ਹਿੰਦੂ ਹੈ, ਮੁਸਲਮਾਨ ਹੈ। ਇਸ ਤਰ੍ਹਾਂ ਇਹ ਉੱਚ ਜਾਤ ਦਾ ਹੈ, ਨੀਵੀਂ ਜਾਤ ਦਾ ਹੈ। ਇਹ ਮੇਰੇ ਦੇਖਣ ਦਾ ਨਜ਼ਰੀਆ। ਸਤਿਗੁਰ ਕਹਿੰਦਾ ਇੱਕ ਪਿਤਾ ਇੱਕ ਅਸਕੇ ਬਾਰਕ। ਸਤਿਗੁਰ ਦੀ ਨਜ਼ਰ ਨੂੰ ਜੇ ਮੈਂ ਲੈ ਲਾ, ਮੈਨੂੰ ਸਤਿਗੁਰ ਦਾ ਵਿਜ਼ਨ ਪ੍ਰਾਪਤ ਹੋਇਆ। ਉਹਨੂੰ ਕਹਿੰਦੇ ਨੇ ਸਤਿਗੁਰ ਕੇ ਭਾਣੇ ਚੱਲਣਾ। ਸਤਿਗੁਰ ਕੇ ਭਾਣੇ ਕੁਦਰਤ ਕੇ ਸਭ ਬੰਦੇ ਨੇ, ਮੇਰੇ ਭਾਣੇ ਇੱਕ ਪਿਤਾ ਇੱਕ ਅਸਕੇ ਬਾਰਕ ਨਹੀਂ ਹਨ। ਮੈਨੂੰ ਕਹਿੰਦੇ ਨੇ ਮਨ ਮੇਰੇ ਸਤਿਗੁਰ ਕੇ ਭਾਣੇ ਚੱਲ। ਭਾਣਾ ਹੁਕਮ ਨਿਯਮ ਰਜ਼ਾ ਇਜ਼ ਸਤਿਗੁਰ ਭਾਵ ਰੱਬ ਜੀ ਜਿਸ ਤਰ੍ਹਾਂ ਇਸ ਸ੍ਰਿਸ਼ਟੀ ਨੂੰ ਸਾਜਦੇ ਨੇ ਔਰ ਜਿਸ ਤਰ੍ਹਾਂ ਇਸ ਦੇ ਨਿਯਮ ਬਣਾਉਂਦੇ ਹਨ। ਰੱਬ ਜੀ ਦੇ ਨਿਯਮ ਵੱਖਰੇ ਵੱਖਰੇ ਧਰਮਾਂ ਵਾਲੇ ਲੋਕਾਂ ਦੇ ਵੱਖਰੇ ਵੱਖਰੇ ਨਹੀਂ ਹਨ। ਵੱਖਰੇ ਵੱਖਰੇ ਦੇਸ਼ ਦੇ, ਵੱਖਰੀ ਜ਼ਾਤ ਵਾਲਿਆਂ ਦੇ ਵੱਖਰੇ ਵੱਖਰੇ ਨਹੀਂ ਹਨ। ਸਾਰਿਆਂ ਵਾਸਤੇ ਇਕਸਾਰ ਹਨ। ਰੱਬ ਜੀ ਹਰ ਕਿਸੇ ਨੂੰ ਮਾਫ ਹੀ ਕਰ ਦਿੰਦੇ ਹਨ। ਬਾਣੀ ਸਾਨੂੰ ਸਿਖਾਉਂਦੀ ਹੈ। ਮਿੱਠ ਬੋਲੜਾ ਜੀ, ਮਿੱਠ ਬੋਲੜਾ ਜੀ, ਮਿੱਠ ਬੋਲੜਾ ਜੀ, ਮਿੱਠ ਬੋਲੜਾ ਜੀ। ਹਰ ਸੱਜਣ ਸੁਆਮੀ ਮੋਰਾ, ਹਰ ਸੱਜਣ ਹੋ ਸੰਮਲ ਥੱਕੀ ਜੀ। ਉਹ ਕਦੇ ਨਾ ਬੋਲੇ ਕੌੜਾ, ਹੋ ਸੰਮਲ ਥੱਕੀ ਜੀ। ਉਹ ਕਦੇ ਨਾ ਬੋਲੇ ਕੌੜਾ। ਮਿੱਠ ਬੋਲੜਾ ਜੀ, ਹਰ ਸੱਜਣ ਸੁਆਮੀ ਮੋਰ। ਇਹ ਗੁਰਮਤਿ ਦਾ ਬਹੁਤ ਕੀਮਤੀ ਸਿਧਾਂਤ ਹੈ। ਸਾਰੀ ਦੁਨੀਆ ਸਮਝਦੀ ਸੀ ਰੱਬ ਜੀ ਸਜ਼ਾ ਦਿੰਦੇ ਹਨ। ਗੁਰਮਤਿ ਕਹਿੰਦੀ ਹੈ ਮੇਰਾ ਸੱਜਣ, ਮੇਰਾ ਬਿਲਵਡ, ਮੇਰਾ ਪਿਆਰਾ, ਮੇਰੇ ਰੱਬ ਜੀ ਮਿੱਠ ਬੋਲੜੇ ਹਨ। ਮੈਂ ਗਲਤੀਆਂ ਕਰਕੇ ਥੱਕ ਗਈ, ਪਰ ਉਹ ਕਦੇ ਵੀ ਕੌੜਾ ਨਹੀਂ ਬੋਲਦੇ ਨੇ। ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨ ਹੈ। ਇਹੀ ਤੇ ਰੱਬ ਜੀ ਦੀ ਪਰਫੈਕਸ਼ਨ ਦੀ ਸਾਰੀ ਦੁਨੀਆ ਦੇ ਸਾਹਮਣੇ
मिसाल है, कौड़ा बोलना जाने पूਰਨ भगवान है। ਅਸੀਂ ਦਿਨੋਂ ਦਿਨ ਚੰਗੇ ਚੰਗੇ ਰੱਬ ਜੀ ਦੇ ਗੁਣ ਲੈ ਕੇ ਪੂਰਨ ਭਗਵਾਨਾਂ ਦੇ ਅੰਦਰ ਲੀਨ ਹੋਣ ਵਾਸਤੇ ਬਾਣੀ ਪੜ੍ਹਦੇ ਹਾਂ। ਇਹਦਾ ਮਤਲਬ ਬਾਣੀ ਪੜ੍ਹ ਕੇ ਮੈਨੂੰ ਆਪਣਾ ਜੀਵਨ ਜਾਚ ਸੁਧਾਰਨੀ ਹੈ। ਜੇ ਮੇਰੀ ਜੀਵਨ ਜਾਚ ਮਤਲਬ ਜੇ ਮੇਰਾ ਸੁਭਾਅ ਠੀਕ ਨਹੀਂ ਹੋਇਆ ਤਾਂ ਮੈਂ ਬਾਣੀ ਦਾ ਲਾਹਾ ਪ੍ਰਾਪਤ ਨਹੀਂ ਕਰ ਰਿਹਾ। ਮੈਨੂੰ ਕਿਸੇ ਨੇ ਭੁਲੇਖਾ ਪਾ ਦਿੱਤਾ ਹੈ ਗੁਰੂ ਜੀ ਨੂੰ ਖੁਸ਼ ਕਰੋ। ਗੁਰਮਤਿ ਵਿੱਚ ਅਸੀਂ ਗੁਰੂ ਜੀ ਔਰ ਰੱਬ ਜੀ ਨੂੰ ਖੁਸ਼ ਕਰਨ ਵਾਸਤੇ ਨਹੀਂ ਕੁਝ ਕਰਦੇ ਹਾਂ, ਬਲਕਿ ਬਾਣੀ ਪੜ੍ਹ ਕੇ ਨਾਨਕ ਭਗਤਾਂ ਸਦਾ ਵਿਗਾਸ ਆਪਣੇ ਵਾਸਤੇ ਸਿੱਖਦੇ ਹਾਂ। ਗੁਰੂ ਸਾਹਿਬ ਵਾਸਤੇ ਤਾਂ ਬਾਣੀ 'ਚ ਆਇਆ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ। ਕੋਈ ਰੱਬ ਜੀ ਨੂੰ ਮੰਨੇ ਕੋਈ ਨਾ ਮੰਨੇ, ਰੱਬ ਜੀ ਨਾ ਉਸਤਤ ਚਾਹੁੰਦੇ ਨੇ ਨਾ ਨਿੰਦਾ, ਦੋਨੋਂ ਪਾਸੇ ਤੋਂ ਨਿਰਲੇਪ ਹੀ ਰਹਿੰਦੇ ਨੇ। ਰੱਬ ਜੀ ਮਾਫ ਕਰ ਦਿੰਦੇ ਨੇ। ਅਸੀਂ ਪੜ੍ਹਦੇ ਹਾਂ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ। ਇਹਦੇ ਸ਼ਬਦ ਵਿੱਚ ਅੱਗੇ ਚੱਲ ਕੇ ਕਹਿੰਦੇ ਨੇ ਔਗੁਣ ਕੋ ਨਾ ਚਿਤਾਰਦਾ, ਮੇਰੀ ਗਲਤੀ ਨੂੰ ਕਾਊਂਟ ਹੀ ਨਹੀਂ ਕਰਦੇ ਨੇ। ਔਗੁਣ ਕੋ ਨਾ ਚਿਤਾਰਦਾ, ਗੱਲ ਸੇਤੀ ਲਾਇਕ, ਬਲਕਿ ਕੀ ਕਰਦੇ ਨੇ ਮੈਨੂੰ ਐਮਬਰੇਸ ਕਰਦੇ ਨੇ, ਮੈਨੂੰ ਗਲੇ ਲਾਉਂਦੇ ਨੇ। ਮਾਫ ਵੀ ਕਰਦੇ ਨੇ, ਮੇਰੀ ਗਲਤੀ ਨੂੰ ਮੈਨੂੰ ਰਿਅਲਾਈਜ਼ ਕਰਾਉਣ ਵਾਸਤੇ ਟੌਂਟ ਕਰਦੇ ਹੀ ਨਹੀਂ ਨੇ, ਬਲਕਿ ਮੈਨੂੰ ਗਲੇ ਵੀ ਲਗਾਉਂਦੇ ਨੇ। ਸਾਧ ਸੰਗਤ ਜੀ ਗਲੇ ਲਗਾਉਣਾ ਆ ਜਾਂਦਾ ਹੈ ਜੇ ਅਸੀਂ ਕਰਮੀ ਆਵੇ ਕੱਪੜਾ ਨਦਰੀ ਮੁੱਖ ਦੁਆਰ ਵਾਲੇ ਸ਼ਬਦ ਨੂੰ, ਉਸ ਪਾਠ ਨੂੰ ਠੀਕ ਤਰੀਕੇ ਨਾਲ ਸਮਝ ਲਈਏ ਤਾਂ ਉਹਦੇ 'ਚ ਪਤਾ ਲੱਗਦਾ ਹੈ ਭਾਖਿਆ ਭਾਵ ਅਪਾਰ। ਪਿਆਰ ਦੀ ਮਿੱਠੀ ਬੋਲੀ ਬੋਲਣੀ ਸਿੱਖਦੇ ਜਾਈਏ ਨਾ ਤਾਂ ਫਿਰ ਦੂਜਿਆਂ ਦੇ ਨਾਲ ਅਸੀਂ ਕੌੜਾ ਬੋਲ ਭੁੱਲ ਜਾਂਦੇ ਹਾਂ। ਕੌੜਾ ਬੋਲ ਨਹੀਂ ਬੋਲਦੇ ਹਾਂ, ਟਿਟ ਫॉर ਟੈਟ ਵੀ ਨਹੀਂ ਕਰਦੇ ਹਾਂ, ਕਿਸੇ ਦੀ ਗਲਤੀ ਵੇਖ ਕੇ ਅਣਡਿੱਠ ਵੀ ਕਰ ਲੈਂਦੇ ਹਾਂ, ਕਿਉਂਕਿ ਸਾਨੂੰ ਕੌੜਾ ਬੋਲਦੇ ਫੁਰਨੇ ਫਿਰ ਫੁਰਦੇ ਨਹੀਂ ਹਨ। ਇਹ ਗੁਰਮਤਿ ਦਾ ਸਿਧਾਂਤ ਹੈ। ਇਸ ਸਿਧਾਂਤ ਨੂੰ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿਤਨੇ ਬਾਕੀ ਸ਼ਬਦ ਆਉਣਗੇ ਉਹਨਾਂ ਬਾਰੇ ਸਾਨੂੰ ਸਮਝਣਾ ਪਏਗਾ। ਅਸੀਂ ਸਮਝਦੇ ਸੀ ਮਰਨ ਤੋਂ ਬਾਅਦ ਰੱਬ ਜੀ ਕੋਈ ਲੇਖਾ ਜੋਖਾ ਕਰਨਗੇ, ਜੰਮ ਆਉਣਗੇ ਔਰ ਇੰਝ ਪੁੱਠਾ ਟੰਗ ਕੇ ਨਰਕਾਂ ਦੀ ਅਗਨੀ ਦੇ ਅੰਦਰ ਸਾੜ ਕੇ ਦੁੱਖ ਦੇਣਗੇ। ਗੁਰਬਾਣੀ ਕਹਿੰਦੀ ਹੈ ਮਿੱਠ ਬੋਲੜੇ ਨੇ ਰੱਬ ਜੀ ਔਰ ਮਾਫ ਕਰ ਦਿੰਦੇ ਨੇ ਔਰ ਗਲੇ ਲਗਾ ਲੈਂਦੇ ਨੇ। ਇਹਦਾ ਮਤਲਬ ਉਹਨਾਂ ਸ਼ਬਦਾਂ ਦੇ ਅਰਥ ਸਾਨੂੰ ਰੀਕਨਸੀਡਰ ਕਰਨੇ ਪੈਣਗੇ ਕਿ ਗੁਰਬਾਣੀ ਦੇ ਸਿੱਕੇ ਬੰਦ ਖਰੇ ਇਨਐਵਿਟੇਬਲ ਸਾਰੀ ਦੁਨੀਆ ਵਾਸਤੇ ਸੀਮੈਂਟਿਡ ਲੌਜ਼ ਔਰ ਸੱਚੇ ਸੁਨੇ ਦਿੱਤੇ ਗਏ ਨੇ। ਗੁਰਬਾਣੀ 'ਚ ਨਹੀਂ ਹੈ ਕਿ ਕੋਈ ਗੱਲ ਖੰਡਨ ਕੋਈ ਗੱਲ ਮੰਡਨ। ਗੁਰਬਾਣੀ 'ਚ ਜੇ ਮਨਾ ਕੀਤਾ ਤਾਂ ਤੀਰਥ ਮਨਾ ਹੀ ਕੀਤਾ ਹੈ। ਗੁਰਬਾਣੀ ਵਿੱਚ ਭੇਖ ਨਹੀਂ ਪਸੰਦ ਕੀਤਾ ਗਿਆ ਤਾਂ ਭੇਖ ਨੂੰ ਬਿਲਕੁਲ ਜਗ੍ਹਾ ਨਹੀਂ ਦਿੱਤੀ ਗਈ। ਗੁਰਬਾਣੀ ਵਿੱਚ ਜ਼ਾਤ ਪਾਤ ਨਹੀਂ ਮੰਨੀ ਤੇ ਜ਼ਾਤ ਪਾਤ ਨਹੀਂ ਮੰਨੀ। ਗੁਰਬਾਣੀ ਵਿੱਚ ਜੇ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਸਿਖਾਇਆ ਤੇ ਮਨੁੱਖ ਨੂੰ ਕਿਸੇ ਥਾਂ ਨਾਲ ਨਹੀਂ ਜੋੜਿਆ ਔਰ ਕਿਸੇ ਮਨੁੱਖ ਨਾਲ ਨਹੀਂ ਜੋੜਿਆ। ਇਹ ਗੱਲਾਂ ਪਹਿਲੀ ਪੌੜੀ ਦੀ ਇਸ ਸਵਾਲ ਵਾਲੀ ਆਤਮਕ ਅਵਸਥਾ 'ਚ ਪਹੁੰਚੀਏ ਤਾਂ ਗੁਰੂ ਸਾਹਿਬ ਉਹਦਾ ਉੱਤਰ ਦਿੰਦੇ ਨੇ ਹੁਕਮ ਰਜ਼ਾਈ ਚੱਲਣਾ। ਜਿਵੇਂ ਸਤਿਗੁਰ ਜੀ ਦੇਖਦੇ ਨੇ, ਜਿਵੇਂ ਸਤਿਗੁਰ ਜੀ ਦੱਸਦੇ ਨੇ, ਸਤਿਗੁਰ ਜੀ ਦਾ ਹੁਕਮ ਕਿੱਥੇ ਲਿਖਿਆ? ਨਾਨਕ ਲਿਖਿਆ ਨਾਲ। ਤੂੰ ਜਹਾਂ ਜਾਤਾ ਹੈ ਤੇਰੇ ਸਾਥ ਅੰਦਰ ਜੋ ਆਵਾਜ਼ ਆਤੀ ਹੈ ਨਾ, ਉਹ ਸਤਿਗੁਰ ਜੀ ਨੇ ਆਪਣਾ ਭਾਣਾ ਹੁਕਮ ਨਿਯਮ ਤੇਰੇ ਨਾਲ ਲਿਖ ਕੇ ਦਿੱਤਾ ਹੋਇਆ ਹੈ। ਉਹਨੂੰ ਸੁਣਿਆ ਕਰ। ਉਹਨੂੰ ਸੁਣਨ ਦੀ ਜਾਚ ਬਾਣੀ ਸਿਖਾਉਂਦੀ ਹੈ। ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪ ਨੜਾ ਗਿਰਵਾਨ ਮੈਂ ਸਿਰ ਨੀਵਾ ਕਰ ਵੇਖ। अपना एनालिसिस કર્યા कर, मैं कितने पानी में हूँ, वेयर डू आई स्टैंड। जेकर सानू किसी दे बारे पता लग जाए कि ये मनुख अवगुणियारा है
ਜਾਂ ਇਹਦੇ ਅੰਦਰ ਇਹ ਵਾਲੇ ਅਵਗੁਣ ਹਨ ਜਾਂ ਇਹਨੇ ਫਲਾਣੀ ਗਲਤੀ ਕੀਤੀ ਸੀ, ਤਾਂ ਉਹ ਆਪਣੀ ਆਪ ਨਿਬੇੜੇ। ਮੈਨੂੰ ਆਪਣੀ ਭਲੀ ਨਿਬੇੜਨੀ ਹੈ ਕਿ ਮੈਂ ਆਪਣਾ ਅਵਗੁਣ ਦੂਰ ਕਰਨਾ ਹੈ। ਆਪਣਾ ਅਵਗੁਣ ਦੂਰ ਕਰਨ ਵਾਸਤੇ ਆਪਣੀ ਕੂੜ ਨੂੰ ਪਛਾਣਨਾ ਪੈਂਦਾ ਹੈ। ਉਹਨੂੰ ਕਹਿੰਦੇ ਨੇ बाहर भीतर एको जाने, एक गुरु ज्ञान बताई जन नानक बिन आपा चीने। जब तक अपने आप को नहीं पहचानेगा ना, मिटे न भ्रम की काई, तेरा भ्रम खत्म नहीं होएगा। चाहना है तो अपने आप नूं समझण दा जतन कर। इस करके असी एक गल साझ कीती सी कि अमेरिका मेरी सिस्टर दा ग्रैंडसन वो बीमार हो गया और उसनूं छोटे बच्चे नूं ठंड लग गई, स्नो पै रही सी और उसनूं जुकाम लगा। आस्ता आस्ता उहदा जुकाम बिगड़ गया, उन्होंने निमोनिया हो गया, ब्रोंकाइटिस हो गया, उन्होंने एस्थमा तक होने के चांसिस बन गए। असी उसनूं डॉक्टर को ले जान लगे। सब ने कहा इनू डॉक्टर को लै चलो। और रोन लग पिया, कमरे के सोफे के पिछे छुपन लग पिया और रो रो के कहन लग पिया मैं डॉक्टर को नहीं जाना। बड़ी मुश्किल असी उसनूं डॉक्टर को लैके गए, लेकिन उस वेले मैं सोचन लग पिया ए बच्चा डॉक्टर कोल तां नहीं जा रहा क्योंकि यह मन नहीं रहा कि मैं बीमार हाँ। जे असी यह मन लईए कि मैं कुड़ियारा हाँ, जे असी यह मान लईए कि मैं बीमार हाँ, तो मैं सतगुरु जी नूं कवांगा मैं बीमार हाँ। ए पौड़ी दी पहली पंक्ति दा सवाल दा स्टेट ऑफ माइंड अवस्था। मैं कुड़ियारा हाँ। जो इंसान अपने आप नूं कुड़ियारा बीमार समझ लवे और उस तो ठीक होना चाहता होवे तो वह पूछेगा। अपने आप को बीमार समझना और बीमारी तो छुटण दा मन बना लेना, इनू धर्म खंड कहते हैं। धर्म खंड कोई जगह नहीं है, किथे जाना नहीं पैंदा, सिर्फ मन करके मनना पैंदा है मैं बीमार हाँ, मैनू डॉक्टर कोल जाना है। जदों असी इस अवस्था च आंदे हाँ तो असी नाल दे नाल ज्ञान खंड की अवस्था विच आ ही जाते हाँ। जदों असी डॉक्टर नूं जाके कहते हाँ मैं इस तरह बीमार हाँ, किरपा करके ठीक करो। सो जदों असी ज्ञान खंड विच जाके असी डॉक्टर नूं बेनती करते हाँ ज्ञान खंड का आखो कर्म अपना फलसफा अपनी दवाई मैनू समझाओ, मैनू दसो मैं क्यों क्यों केड़ी केड़ियां गलतियां कारण बीमार होया सी अते मैनू दवाई दिओ जिहदे नाल मैं ठीक हो जां अते मैनू परहेज समझाओ कि मुड़ के मैं बीमार ना होवां। वो अपना सारा कर्म अपना सारा फलसफा अपना सारा डायग्नोस तो लैके इलाज तक रोग दारू दोवें बुझे तो वैद सुजाण वाली मत मैनू दिओ। उन्होंने कहते हैं ज्ञान खंड का आखो कर्म। सो जिहड़ा कुड़ियार तो सचियार बनन वाला मन है, जदों सचियार बनना चाहता है तां उसनूं सचियार बनन वेले जो जो गल्लां समझाइयां जांदियां हन कि इंज कूड़ चढ़दी है, ਇਹ वाली कूड़ मैल तैनूं चढ़ी हुई है, वायरस चिपके हुए ने तैनूं, इन्हां वायरस तो तैनूं एं छुटना है अते तू आस्ता आस्ता हैल्दी होंदा जाएगा, निरोग होंदा जाएगा, तू सचियारा बन जाएगा। ये सारी दी सारी यात्रा पहली पौड़ी तो 38 पौड़ी तक जपजी साहिब विच कुड़ियार तो सचियार बनन दी कीती गई है। इहदे विच असीं समझिया सी जदों धर्मखंड की अवस्था च पहुँचता है तो धर्मखंड की अवस्था च पहुँचने वास्ते उन्होंने पता लगता है कि ये तो जब तक मैं डॉक्टर के पास जाऊंगा नहीं और डॉक्टर की बताई हुई चीज़ों को प्रैक्टिस नहीं करूँगा,
ਦੱਸੀ ਹੋਈ ਦਵਾਈ ਨੂੰ ਖਾਵਾਂਗਾ ਨਹੀਂ ਤਾਂ ਮੇਰਾ ਰੋਗ ਦੂਰ ਨਹੀਂ ਹੋਏਗਾ। ਜਿਵੇਂ ਦਵਾਈ ਦੱਸੀ ਹੈ ਔਰ ਜਿਹੜੇ ਪਰਹੇਜ਼ ਸੰਜਮ ਦੱਸੇ ਨੇ, ਜੇ ਉਹ ਨਾ ਕੀਤੇ ਜਾਣ ਠੀਕ ਨਹੀਂ ਹੋਏਗਾ। ਡਾਕਟਰ ਦੇ ਨੁਕਸ ਤੂੰ ਨਹੀਂ ਕੱਢ ਸਕਦਾ, ਰਾਦਰ ਤੈਨੂੰ ਆਪਣੇ ਬਾਰੇ ਸੋਚਣਾ ਹੈ। ਸਾਧ ਸੰਗਤ ਜੀ, ਇਹ ਸਾਰੀ ਬਾਣੀ ਸਾਡੇ ਆਤਮਿਕ ਜਿਤਨੇ ਰੋਗ ਨੇ ਨਾ, ਮਾਨਸਿਕ ਰੋਗ ਨੇ ਨਾ ਜਿਤਨੇ, ਉਹਨਾਂ ਤੋਂ ਸਾਨੂੰ ਛੁਡਾਉਂਦੀ ਹੈ। ਜਿਉਂ-ਜਿਉਂ ਅਸੀਂ ਇਸ ਨੂੰ ਪੜ੍ਹ ਕੇ ਸਮਝਦੇ ਨਹੀਂ ਹਾਂ, ਆਤਮਿਕ ਔਰ ਮਾਨਸਿਕ ਰੋਗ ਸਾਡੇ ਦੂਰ ਨਹੀਂ ਹੁੰਦੇ ਨੇ। ਆਤਮਿਕ ਔਰ ਮਾਨਸਿਕ ਰੋਗ ਜਦੋਂ ਦੂਰ ਨਹੀਂ ਹੁੰਦੇ ਨੇ ਤਾਂ ਅਸੀਂ ਦਿਨੋਂ ਦਿਨ ਡਿਪਰੈਸ਼ਨ ਵਿੱਚ ਜਾਂਦੇ ਹਾਂ, ਦਿਨੋਂ ਦਿਨ ਸ਼ਿਜ਼ੋਫਰੇਨੀਆ ਦੇ ਮਰੀਜ਼ ਹੁੰਦੇ ਜਾਂਦੇ ਹਾਂ, ਦਿਨੋਂ ਦਿਨ ਐਗਰੈਸਿਵ ਹੁੰਦੇ ਜਾਂਦੇ ਹਾਂ, ਦਿਨੋਂ ਦਿਨ ਲੋਕਾਂ ਨਾਲ ਸਾਡੀ ਦੂਰੀ ਝਗੜਾ ਵੱਧਦਾ ਜਾਂਦਾ ਹੈ, ਦਿਨੋਂ ਦਿਨ ਸਾਡਾ ਟੋਲਰੈਂਸ ਲੈਵਲ ਸਬਰ ਖਤਮ ਹੁੰਦਾ ਜਾਂਦਾ ਹੈ। ਇਹ ਸਾਰੇ ਜੰਮ ਸਾਨੂੰ ਚੰਬੜਦੇ ਜਾਂਦੇ ਨੇ ਔਰ ਅਲਟੀਮੇਟਲੀ ਧਰਤੀ 'ਤੇ ਸਭ ਜਗ੍ਹਾ ਪਾਗਲਖਾਨੇ ਖੁੱਲ੍ਹਦੇ ਜਾ ਰਹੇ ਹਨ। ਸਤਿਗੁਰ ਦੀ ਬਾਣੀ ਨੂੰ ਜੇਕਰ ਸਮਝ ਕੇ ਨਾ ਪੜ੍ਹੀਏ, ਸਾਧ ਸੰਗਤ ਜੀ ਤੁਹਾਨੂੰ ਸਭ ਨੂੰ ਚੰਗੀ ਤਰ੍ਹਾਂ ਪਤਾ ਹੈ, ਸਾਡੀ ਬਾਹਰ ਪੁਸਤਕ ਵੀ ਆਈ ਹੈ, ਅਸੀਂ ਸਾਂਝ ਕੀਤੀ ਹੈ ਕਿ ਗੁਰਦੁਆਰੇ ਕਿਉਂ ਜਾਂਦੇ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਕਿਉਂ ਟੇਕਦੇ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲਾ ਕਿਉਂ ਚੜ੍ਹਾਉਂਦੇ ਹਾਂ, ਗੁਰੂ ਗ੍ਰੰਥ ਸਾਹਿਬ ਉੱਤੇ ਅਸੀਂ ਚੰਦੋਆ ਕਿਉਂ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਚੌਰ ਕਿਉਂ ਕਰਦੇ ਹਾਂ, ਗੁਰਦੁਆਰੇ ਕੀਰਤਨ ਕਰਦੇ ਹਾਂ, ਗੁਰਦੁਆਰੇ ਕਥਾ ਹੁੰਦੀ ਹੈ, ਗੁਰਦੁਆਰੇ ਇਸ ਤਬਲੇ ਨੂੰ ਤਬਲਾ ਕਿਉਂ ਨਹੀਂ ਕਹਿੰਦੇ, ਜੋੜੀ ਕਿਉਂ ਕਹਿੰਦੇ ਨੇ, ਜਿੱਥੇ ਅਸੀਂ ਸ਼ੂਜ਼ ਚੱਪਲਾਂ ਰੱਖਦੇ ਹਾਂ ਉਹਨੂੰ ਜੁੱਤਾ ਘਰ ਨਹੀਂ ਕਹਿੰਦੇ, ਜੋੜਾ ਘਰ ਕਿਉਂ ਕਹਿੰਦੇ ਨੇ, ਕੜਾਹ ਪ੍ਰਸ਼ਾਦ ਕਿਉਂ ਵਰਤਾਉਂਦੇ ਹਾਂ, ਲੰਗਰ ਕਿਉਂ ਵਰਤਾਉਂਦੇ ਹਾਂ, ਸੇਵਾ ਕਿਤਨੇ ਕਿਸਮਾਂ ਦੀ ਹੁੰਦੀ ਹੈ, ਗੁਰੂ ਕਿਸ ਨੂੰ ਕਹਿੰਦੇ ਨੇ, ਇਹ ਸਾਰੇ ਟੌਪਿਕਸ ਅਸੀਂ ਬਾਣੀ ਅਨੁਸਾਰ ਸਾਡੀ ਪੁਸਤਕ ਵਿਰਾਸਤ ਵਿੱਚ ਅਸੀਂ ਤੁਹਾਡੇ ਨਾਲ ਸਾਂਝ ਕੀਤੇ ਨੇ। ਇੰਗਲਿਸ਼ ਵਿੱਚ ਅਸੀਂ ਬਣਾਈ ਸੀ ਦ ਲੈਗੇਸੀ ਆਫ ਗੁਰੂ, ਇਹ ਅਸੀਂ ਉਹਦੇ ਵਿੱਚ ਸਾਂਝ ਕੀਤੇ ਨੇ। ਪਰ ਮੈਨੂੰ ਇਹ ਅਫਸੋਸ ਲੱਗਦਾ ਹੈ, ਮੈਂ ਵਰਲਡ ਵਾਈਡ ਜਿੱਥੇ ਵੀ ਜਾਂਦਾ, ਹਰ ਮਹੀਨੇ ਮੈਨੂੰ ਦੁਨੀਆ ਦੇ ਕਿਸੇ ਨਵੇਂ ਸ਼ਹਿਰ ਨਵੀਂ ਕੰਟਰੀ ਜਾਣਾ ਹੁੰਦਾ ਹੈ, ਲੋਕੀ ਪੁੱਛਦੇ ਨੇ ਸੁਖ ਆਸਨ ਸਵੇਰੇ ਕਰਨਾ ਚਾਹੀਦਾ ਕਿ ਸ਼ਾਮੀ। ਫਿਰ ਬੀਬੀਆਂ ਪੁੱਛਦੀਆਂ ਸੁਖ ਆਸਨ ਕਰਨ ਵੇਲੇ 2 ਚਿੱਟੇ ਰੁਮਾਲੇ ਹੋਣੇ ਚਾਹੀਦੇ ਨੇ ਕਿ 1। ਫਿਰ ਪੁੱਛਦੀਆਂ ਰੁਮਾਲੇ ਕਾਟਨ ਦੇ ਹੋਣੇ ਚਾਹੀਦੇ ਨੇ ਕਿ ਪੋਲਿਸਟਰ ਦੇ। ਫਿਰ ਪੁੱਛਦੇ ਨੇ ਸੁਖ ਆਸਨ ਵੇਲੇ ਪਾਠ ਕਿਰਨਾ ਕਰਨਾ ਚਾਹੀਦਾ। ਅਸੀਂ ਬਸ ਹਮੇਸ਼ਾ ਇਹਨਾਂ ਗੱਲਾਂ ਤੱਕ ਹੀ ਰਵਾਂਗੇ। ਇਹਨੂੰ ਪੜ੍ਹ ਕੇ ਗੁਰ ਕਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ, ਇਹ ਕਦੋਂ ਅਸੀਂ ਕਰਾਂਗੇ। ਸਾਧ ਸੰਗਤ ਜੀ, ਰੁਮਾਲਾ ਚੜ੍ਹਾਉਣਾ, ਚੌਰ ਕਰਨਾ, ਚੰਦੋਆ ਲਾਣਾ ਸਤਿਕਾਰ ਦਾ ਇੱਕ ਪ੍ਰਤੀਕ ਹੈ। ਸਤਿਕਾਰ ਤੇ ਮਨੁੱਖ ਕਰਦਾ ਹੀ ਹੈ ਹਮੇਸ਼ਾ, ਲੇਕਿਨ ਸਤਿਕਾਰ ਕਰਾਂ ਔਰ ਜੋ ਕਿਹਾ ਜਾਏ ਉਹ ਨਾ ਮੰਨਾ, ਇਹ ਤਾਂ ਉਂਝ ਹੈ पापा मम्मी आप मेरे से मैं कमाइयाँ करने लगा हूँ, आप बोलो तो हार ले आऊँ, आप बोलो तो परफ्यूम ले आऊँ, आप बोलो तो आपके चरणों में बैठा रहूँ, आप बोलो तो आपको कूट भी दूँगा, लेकिन आपका कहना नहीं मानूँगा। वो कहेंगे थानू तेरा कुछ नहीं चाहिए, जे तू मेरा कहना मनन नूं नहीं तैयार, ये तो इंज हो गया सीस नवाया क्या थी जारी दे कुछ उदे जाए। गुरमत सानू ये सिखाती है सत्कार तो तेरा बरकरार रहना चाहिए, लेकिन सत्कार करदियां करदियां सत्कार क्यों करना है गल सोचनी है। मैं इस करके करना है कि तू समर्थ वड्डा, मेरी मत थोड़ी राम, अपनी अक्ल मैनू दियो, इस करके सत्कार करना है। पर अक्ल मैं ना लवां, सिर्फ सुन के वड्डा आखी जावां। सुन वड्डा आखे सब कोई, केवट वड्डा डीठा होए तो देखने से होता है। इस करके पिछली पौड़ी विच उन्होंने समझ आया, नानक गया जापै जाए, जदों तक चंगे गुणां नूं ना जीवो, चंगे गुणां दे देश विच ना जाओ, प्रैक्टिकल ना जीवो, तो यह गल समझ नहीं आती। पढ़ाण नाल समझ नहीं आती,
ਦੂਜਿਆਂ ਨੂੰ ਉਸ ਰਾਹ 'ਤੇ ਟੋਰਨ ਨਾਲ ਸਮਝ ਨਹੀਂ ਆਉਂਦੀ। ਜਦੋਂ ਤੱਕ ਆਪ ਨਾ ਉਹਨੂੰ ਜੀਵੋ ਤਾਂ ਤੱਕ ਉਹ ਵਾਲਾ ਤੱਤ ਗਿਆਨ ਸਮਝ ਨਹੀਂ ਆਉਂਦਾ। ਜੇ ਮੈਂ ਸੁਣ ਲਵਾਂ ਕਿ ਖੀਰ ਇੰਜ ਬਣਦੀ ਹੈ ਬਸ, ਪਰ ਜਦੋਂ ਮੇਰਾ ਵਿਆਹ ਹੋਵੇ ਔਰ ਮੇਰੀ ਸੱਸ ਮੈਨੂੰ ਕਹੇ ਖੀਰ ਬਣਾਉਣੀ ਆਉਂਦੀ ਹੈ ਤਾਂ ਮੈਂ ਕਹਾਂ ਆਉਂਦੀ ਹੈ, ਮੈਨੂੰ ਖੀਰ ਬਣਾਉਣੀ ਆਉਂਦੀ ਹੈ, ਪਰ ਕਿਚਨ ਅੰਦਰ ਮੈਂ ਕਦੇ ਗਈ ਨਹੀਂ ਸੀ। ਮੈਨੂੰ ਪਤਾ ਹੀ ਨਹੀਂ ਕਿ ਬੂਰਾ ਕਿਹੜੇ ਰੰਗ ਦਾ ਹੁੰਦਾ ਹੈ, ਚੀਨੀ ਕਿਹੜੇ ਰੰਗ ਦੀ ਹੁੰਦੀ ਹੈ, ਦੁੱਧ ਕਿਹੜੇ ਰੰਗ ਦਾ ਹੁੰਦਾ ਹੈ। ਮੈਂ ਉੱਥੇ ਜਾ ਕੇ ਖੀਰ ਬਣਾਉਣ ਵੇਲੇ ਚਾਵਲਾਂ ਨੂੰ ਭੁੰਨ ਕੇ ਮੈਂ ਉਹਦੇ ਵਿੱਚ ਪਾ ਦਿੱਤੀ ਲੱਸੀ, ਔਰ ਲੱਸੀ ਪਾਉਣ ਤੋਂ ਬਾਅਦ ਮੈਨੂੰ ਚਿੱਟੇ ਰੰਗ ਦਾ ਕੁਝ ਪਾਈਦਾ, ਮੈਂ ਪਾ ਦਿੱਤਾ ਲੂਣ, ਔਰ ਬਣਾ ਕੇ ਜਦੋਂ ਮੈਂ ਗਈ ਸੱਸ ਦੇ ਸਾਹਮਣੇ, ਸੱਸ ਨੂੰ ਸਮਝ ਆ ਗਈ ਇਹਨੂੰ ਗੱਲਾਂ ਨਾਲ ਥੁੱਕਾਂ ਨਾਲ ਵੜੇ ਪਕਾਣੇ ਆਉਂਦੇ ਨੇ, ਇਹ ਕਹਿੰਦੀ ਹੈ ਖੀਰ ਬਣਾਉਣੀ, ਪਰ ਇਹਨੂੰ ਇਨਗ੍ਰੇਡੀਐਂਟਸ ਤੱਕ ਵੀ ਨਹੀਂ ਪਤਾ ਕਿ ਕਿਹੜੇ ਰੰਗ ਇਨਗ੍ਰੇਡੀਐਂਟਸ ਹਨ, ਕਿਉਂਕਿ ਇਹਨੇ ਕਦੀ ਪ੍ਰੈਕਟੀਕਲੀ ਕੀਤਾ ਨਹੀਂ। ਜਦੋਂ ਤੱਕ ਅਸੀਂ ਉਹ ਸੰਤੋਖ ਦਾ, ਕੰਟੈਂਟਮੈਂਟ ਦਾ ਪ੍ਰੈਕਟੀਕਲ ਭੋਜਨ ਬਣਾ ਕੇ ਖਾਈਏ ਨਾ, ਆਪਣੀ ਇਸ ਕਿਚਨ ਨੂੰ ਸਾਫ਼ ਨਾ ਕਰੀਏ ਤਾਂ ਭੋਜਨ ਤਿਆਰ ਨਹੀਂ ਹੁੰਦਾ, ਰੱਬ ਜੀ ਭੋਗ ਲਾਉਂਦੇ ਨਹੀਂ ਨੇ। ਇਸ ਕਰਕੇ ਕਰੀ ਪਾਕਸਲ ਸੋਚ ਪਵਿੱਤਰਾ, ਆਪਣੀ ਸੋਚ ਆਪਣੀ ਕਿਚਨ ਸਾਫ਼ ਕਰ, ਕਰੀ ਪਾਕਸਲ ਸੋਚ ਪਵਿੱਤਰਾ, ਇਹਨੂੰ ਪਵਿੱਤਰ ਕਰ। ਹੁਣ ਲਾਵੋ ਭੋਗ ਹਰਿ ਰਾਏ। ਤੂੰ ਅੰਦਰ ਦੀ ਕਿਚਨ ਸਾਫ਼ ਨਹੀਂ ਕਰਦਾ, ਅੰਦਰ ਦੀ ਕਿਚਨ ਅੰਦਰ ਜਾਂਦਾ ਨਹੀਂ, ਅੰਦਰ ਦੀ ਕਿਚਨ ਦੇ ਅੰਦਰ ਤੂੰ ਸੱਚ ਦਾ ਸੁੱਚ ਦਾ ਭੋਜਨ ਬਣਾਉਂਦਾ ਨਹੀਂ, ਰੱਬ ਜੀ ਖਾਣ ਨਹੀਂ ਆਉਂਦੇ ਨੇ, ਤੂੰ ਭੋਗ ਲਵਾ ਹੀ ਨਹੀਂ ਸਕਦਾ, ਤੈਨੂੰ ਸੁੱਖ ਨਹੀਂ ਪ੍ਰਾਪਤ ਹੋ ਸਕਦਾ। ਵਿਰਲਾ ਬਣਨ ਵਾਲੇ ਮਨ ਨੂੰ ਇਹ ਗੱਲ ਸਮਝ ਆ ਜਾਂਦੀ ਹੈ, ਨਾਨਕ ਗਿਆ ਐੜੇ ਨੂੰ ਕਰਨਾ जाने से मीन्स उसको प्रैक्टिकल जीने से ही ये बात समझ में आती है। नानक गया जापै जाए। ਜਦੋਂ ਬਿਮਾਰ ਸਮਝ ਲਈਏ ਔਰ ਡਾਕਟਰ ਕੋਲ ਜਾਈਏ ਔਰ ਡਾਕਟਰ ਕੋਲੋਂ ਦਵਾਈ ਲੈ ਕੇ ਖਾਈਏ और रोग दूर हो जाए, तब समझ में आता ना डॉक्टर भी ठीक है, दवाई भी ठीक दी थी। मेरा वैद गुरु गोविंदा डॉक्टर ठीक है, क्योंकि जब मैं क्रोध करता था मेरे वैद गुरु गोविंदा ने समझाया फरीदा बुरे दा भला कर, गुस्सा मन ना हंडाए, देही रोग ना लगे पल्ले सब कुछ पाए। मेरा सिर दर्द रहिंदा सी, मेरिया भवां चढ़ियां रहिंदियां सी, मेरा 4-4 घंटे सिर पकड़ के मैं बैठा रहिंदा सी। हाय मैं उस वेले उच्चा क्यों बोलिया, मैं गुस्सा क्यों किया। मेरे गुरु ने कहा तैनूं ये प्रॉब्लम्स होंदियां ने, गुस्सा ना करिया कर। गया जापे जाए होया ना, गुरु की गल नूं सुनिया ना, धर्मखंड अंदर एंटर किए। धर्मखंड अंदर एंटर करन वेले मनुख की जिहड़ी अवस्था बनती है उन्होंने अब कहते हैं। जे साडे जीवन विच अब शुरू नहीं होया, मानो मैंने अपने अवगुणों से तौबा की ही नहीं। जिस दिन मैं अपने अवगुणों तो दुखी हाँ और अवगुणों तो दुखी होके तौबा करदा हाँ, ਤਾਂ ਉਹਨੂੰ ਅਬ ਕਹਿੰਦੇ ਨੇ। ਨਾਓ ਅਬ ਸ਼ੁਰੂ ਹੁਆ, ਜਦੋਂ ਅਬ ਸ਼ੁਰੂ ਹੁਆ ਤਾਂ ਫਿਰ ਤਬ ਦੀ ਗੱਲ ਸ਼ੁਰੂ ਹੋਏਗੀ। ਇਸ ਕਰਕੇ ਸ਼ਬਦ ਆਉਂਦਾ ਅਬ ਹਮ ਚੱਲੀ ਠਾਕੁਰ ਬਿਹਾਰ। ਸਾਡੇ ਜੀਵਨ ਵਿੱਚ ਅਸੀਂ ਕੂੜਿਆਰ ਹੀ ਨਹੀਂ ਆਪਣੇ ਆਪ ਨੂੰ ਮੰਨਦੇ, ਸਾਡਾ ਤੇ ਅਬ ਹੀ ਸ਼ੁਰੂ ਨਹੀਂ ਹੋਇਆ। ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਰ, ਜਬ ਤੇ ਸਾਡਾ ਸ਼ੁਰੂ ਹੋਏਗਾ ਹੀ ਨਹੀਂ, ਕਿਉਂਕਿ ਅਸੀਂ ਅਬ ਵੀ ਨਹੀਂ ਮੰਨ ਰਹੇ, क्योंकि असी मान ही नहीं रहे कि मैं उगड़े आ रहा, आई एम फुल ऑफ डेफिशिएंसीज एंड शॉर्ट कमिंग्स। वी नेवर रियलाइज दिस, वी नेवर एनालाइज दिस, वी नेवर एक्सेप्ट दिस एंड वी नेवर सरेंडर। ते अब शुरू करन वास्ते धर्मखंड अंदर जाना पैंदा कि मैं बीमार हाँ। जब हम शरण प्रभु की आई, डॉक्टर साहब मैं आपके पास आया हूँ, आप अपनी सुमत मैनू बख्शो। और जदों वो ज्ञान खंड दी मन मनदा है तां पता की होंदा है
केते पौन पानी बैसंतर, धर्म खंड का है धर्म ज्ञान खंड का आखो करम, केते पौन पानी बैसंतर, ओनू बाहरली सृष्टि तो इलावा अंदर दी सृष्टि की समझ आनी शुरू हो जाती है। वो अंदर कितने चंगे चंगे गुणा रूपी पवन सतगुर की गल उन्होंने समझ आनी शुरू हो जाती है। साध संगत जी, साडा जिहड़ा एक एक रोम है ना, एक एक रोम एक एक मोरी है और एक एक रोम श्वास लैंदा है। मैडिकल टर्म्स विच जिस तरह मेरे बेअंत शरीर के छिद्र हैं, इस तरह बेअंत छिद्रां वाले शरीर नूं ਇਹਦੇ ਅਨੇਕਾਂ ਦੁਆਰੇ ਹਨ। ਅਨੇਕਾਂ ਦੁਆਰਾ ਵਾਲੇ शरीर ਨੂੰ द्वारका नगरी कहते हैं गुरबाणी मुताबिक। मैं भूगोल के मैप की द्वारका नगरी की बात नहीं कर रहा। गुरबाणी अंदर द्वारका नगरी कहते हैं जिस नगरी के अनेका छिद्र दरवाजे हों। हर छिद्र दरवाजे तो जे मैं सतगुर दी मत रूपी पवन लवां, मीनस जितने मेरे रोम रोम ने उतने मेरे अंदर बेअंत चंगे ख्याल भी आते हैं, बेअंत भैड़े ख्याल भी आते हैं। चंगे चंगे ख्यालों की पवन बारे उन्होंने ज्ञान खंड लैण तो बाद, ज्ञान खंड अंदर एंटर करने तो बाद समझ आ जाती है। केते पौन पानी बैसंतर, केते कान महेश, उन्होंने पानी संतोख का पानी समझ आना शुरू हो जाता है। कित्थों कित्थों संतोख मिलता है, केड़ी केड़ी अग्नि मैनू बैसंतर, जिहड़ी अग मैनू तृष्णा की अग सताती है, पर केड़ी बैसंतर अग दे नाल मैं अपना संतोख का भोजन पका सकता हाँ, ये उसनूं सोझी आंदी जाती है जदों ज्ञान खंड दे अंदर एंटर कीता। केते कान महेश, उहदे अंदर दा उसनूं कृष्ण, एक कृष्ण नहीं अनेका कान दे नन्हे नूं औंकड़ नहीं है, बेअंत कृष्ण, ये सारे उसनूं समझ आउंदे जांदे हन। ते वो ये सब कुछ करदा करदा असी अगे इत्थे तक पहुँच गए सी कि वो अपने निजकर अंतर आत्मे दे सारे चंगे चंगे गुणां नूं लैके बरमे घाड़त घड़िए चंगे चंगे गुणां नूं घड़न वाली मत लैंदा जांदा है ते चंगे चंगे सोहणे सोहणे गुणां दा रूप धारण करदा जांदा है। हर पासों उन्हां दे वेश धारण कर कीतिया कर्म भूमि मेर केते केते धूप देशे, सारे असी इसनूं डिटेल विच डिस्कस कर चुके हैं। अल्टीमेटली वो समझदा जांदा है ते समझ के ज्ञान खंड की अवस्था के अंदर एंटर करता है। मीनस कुड़ियार तो सचियार बनने वाला धर्म खंड अंदर एंटर किया, धर्म खंड अंदर एंटर करके उन्हें चंगे चंगे जिहड़े गुण कमाए, उन्होंने अंदर की कला बारे समझ आती जाती है कि मेरे अंदर चंगे चंगे उत्पत्ति वाले क्रिएटिव जिहड़े काम आते ने उन्होंने बरमे घाड़त घड़िए कहते हैं। किस तरह क्रिएशन होती जाती है, ये सारिया गल्लां लैंदा जाता है और चंगे गुणा की इस मत नूं लैके उहदे अंदर गुरज्ञान प्रचंड बलाया की अवस्था प्राप्त होती है और ज्ञान उसनूं प्राप्त होता है। किहड़े वाला सत्संग जी ज्ञान होता है हाथ की लकीरों को देखना और किसी का पास्ट या फ्यूचर बताना। एक ज्ञान होता है चांद सूरज तारे आपके मन में राहु केतु क्या करते हैं, एक ज्ञान होता है। एक ज्ञान होता है जब दैत्य और राक्षस लड़े थे, उन्होंने समुद्र को रिड़का था, कौन से 14 रत्न निकले थे, उनका नाम क्या है और वो रत्न क्या होते हैं, एक ज्ञान होता है। एक ज्ञान होता है धरती कब बनी थी और कब फना हो जाएगी, एक ज्ञान होता है। एक ज्ञान होता है भगवान जब था तब क्या हुआ था, जब भगवान ने बाद में सृष्टि को कैसे बनाया। इस किस्म के बड़े किस्मां दे ज्ञानां दी गल करदी है दुनिया। हर किस्म के ऐसे ज्ञान नूं गुरमत ने किया पढ़ पढ़ गड्डी लद्दी है, पढ़ पढ़ भरीए साथ, पढ़ पढ़ बेड़ी पाई है, पढ़ पढ़ गड्डियाँ खात, ढेर सारा ज्ञान इकट्ठा सिर ते कर लिया पर प्रैक्टिकल लिविंग बारे कुछ नहीं पता। इस करके ज्ञान ना गल्ली ढूंढिए,
गल्लां नाल नहीं कुछ होंदा। ज्ञान जर्नलिस्ट वांगू नॉलेज लेने से कुछ नहीं होता है। फिर गुरमति च केड़ा ज्ञान गुरमत प्रवान करदी है। हम नहीं चंगे बुरा नहीं कोई, हम नहीं चंगे बुरा नहीं प्रणवत नानक तारे सोए, प्रणवत नानक तारे सोए। हम नहीं चंगे बुरा नहीं कोई, अंतर वसै न बाहर जाए, अमृत छोड़ काहे बिख खाए। ज्ञान ध्यान सब कोई रवै, बांधन बांधिया सब जग पवै। ऐसा ज्ञान जपो मन मेरे, ऐसा ज्ञान जपो मन हो वो चाकर साचे के। ए वाला ज्ञान जप मेरे मन। जे जप का मैना लफ्जी रटन होंदा तो इस शब्द का मैना असी कढ़ांगे ऐसा ज्ञान जपो मन मेरे। और जपो का मतलब होंदा रटन करना। ज्ञान 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 करांगे। गुरु साहब कहते ने ऐसा ज्ञान जपो मन मेरे। जपो मन मेरे का मतलब होंदा दृढ़ कर समझ सुभाव बना उदा कि कैसे वाला ज्ञान समझ हो वो जाकर साचे केरे हो सबन की रेणका हम्बलनेस ह्यूमिलिटी नम्रता। तुसी कई बार देखना कई लोग क्या करते हैं आप ना दे चुरू भर पानी तै निंदा जे गंगा आनी। ਜਿਹੜੇ ਲੋਕੀ ਕੰਮ ਕਰਨ ਉਹਨਾਂ ਦੀ ਨਿੰਦਾ ਕਰਦੇ ਨੇ ਆਪ ਧੇਲੇ ਦਾ ਕੰਮ ਕਰਕੇ ਰਾਜੀ ਨਹੀਂ। ਖਾਸ ਤੌਰ 'ਤੇ ਘਰਾਂ ਵਿੱਚ ਪਤੀ ਇੰਜ ਕਰਦੇ ਨੇ। ਮੈਨੂੰ ਇੱਕ ਪਤੀ ਪਤਨੀ ਦੇ ਬਾਰੇ ਸੁਣਾਈ ਦਿੱਤਾ ਕਿ ਉਹਨਾਂ ਨੂੰ ਪੁੱਛਿਆ ਜੀ ਤੁਹਾਡੇ ਘਰ ਲੜਾਈ ਨਹੀਂ ਹੁੰਦੀ? ਪਤੀ ਕਹਿੰਦਾ ਨਹੀਂ ਸਾਡੇ ਘਰ ਲੜਾਈ ਨਹੀਂ ਹੁੰਦੀ। ਪੁੱਛਿਆ ਕਿਉਂ? ਕਹਿੰਦਾ ਅਸੀਂ ਕੰਮ ਵੰਡੇ ਹੋਏ ਨੇ। ਅੱਛਾ ਬੜੇ ਚੰਗੇ ਪਤੀ ਹੋ ਤੁਸੀਂ ਵੰਡ ਕੇ ਪਤਨੀ ਨਾਲ ਕੰਮ। ਕਿਹੜੇ ਕੰਮ ਵੰਡੇ ਹੋਏ ਨੇ ਕਿਸ ਤਰ੍ਹਾਂ? ਕਹਿੰਦਾ कपड़े धोने होने मेरी वोटी धोती है, राशन लियाना हो मेरी वोटी लियाती है, दालां साफ करके कुकिंग करनी हो सब्जी कटनी हो मेरी वोटी करती है, सफाइयाँ करनी हो मेरी वोटी करती है। इस तरीके दे सारे काम मेरी वोटी करती है। तुसी की करते हो? मैं बैठ के अखबार पढ़दा हाँ और टीवी चो खबर देख के डिसाइड करदा हाँ इंडिया पाकिस्तान के ऊपर अटैक करे या ना करे। मैं वड्डे वड्डे काम करदा अमरीका को अफगानिस्तान अटैक करना चाहिए कि नहीं। ਕੰਮ ਵੰਡੇ ਹੋਏ ਨੇ पर की कीता कि है काउच पोटैटो बन के टीवी के सामने सोफे के ऊपर दो टांगे ऐसे रख के सारे घर ते मैं हुक्म चलाता रहता और मैं करन वाला काम करदा नहीं। हाँ जदों इंसान करन वाला काम नहीं करेगा उन्होंने सारे घर वालियां दे नुक्स नज़र आएंगे। पर घर दी माँ ऐसे वाला ज्ञान दृढ़ कर लेंदी है। उन्होंने पति गुस्सा करे या सस गुस्सा करे
उस गुस्से का बदला दूसरिਆਂ ਤੇ नहीं लाती है। होवो चाकर साचे केरे की अवस्था च रहती है। मेरा काम है, मैं इस घर की माँ हूँ, मुझे किचन का काम करना है, क्योंकि छोटे बच्चे ने भी खाना है, बड़ों ने भी खाना है और बुज़ुर्गों ने भी खाना है, मैंने भी खाना है, घर में नौकर भी काम करते हैं, उन्होंने भी खाना है, कोई आए गया मेहमान होएगा, हाथों दे के भला मनाए भी कुछ करना है, मैनू सारे का ध्यान रखना है। वो साचे केरे की नम्रता विच रहिंदी है। होवो चाकर साचे केरे की। साडे घरां च मावां तो एक जात सीखनी चाहिए है। जदों असीं सारियां दे नाल नम्रता भाव विच रहीए ना, उहदा एक ढंग है, अपना अवगुण लभना, दूजियां दे अवगुण ना लभना, बल्कि दूजियां दे गुणां दी प्रेज करनी, दूजियां दे गुणां दी शलाघा करनी, निक्के निक्के गुण दी शलाघा करनी। ए गुरमत दा ज्ञान है। गुरमत किस ज्ञान को तरजीह देती है? सारी दुनिया के लोगों सुनो, गुरमत कहती है वो ज्ञान अच्छा जिस ज्ञान से ये समझ में आए मैं गलत किथे हाँ, अते दूजियां दे अवगुण नूं माफ करन दी अकल, ते अपने बारे की करना, दिनों दिन अपने अवगुण दूर करन दी अकल लैण वास्ते गुण लैने। जिथों गुण मिले वो लै लवो, ए ज्ञान चंगा। गुण लै लवो नॉलेज वास्ते नहीं, गुण नूं अपने जीवन ते टुका के प्रैक्टिकल सुभाव ठीक करन वास्ते। ऐसा ज्ञान जपो मन मेरे होवो चाकर साचे केरे। ਇਹਦੇ ਨਾਲ ਅੰਦਰ ਗੁਰਗਿਆਨ ਪ੍ਰਚੰਡ ਬੁਲਾਇਆ ਦੀ ਅਵਸਥਾ ਬਣਦੀ ਹੈ। ਉਹ ਜਿਸ ਅਵਸਥਾ 'ਚ ਪਹੁੰਚਦਾ ਹੈ ਉਸ ਅਵਸਥਾ ਨੂੰ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਕਹਿੰਦੇ ਨੇ। ਸਾਡੀ 36 ਨੰਬਰ ਪੌੜੀ। ਵਿਰਲਾ ਜਿਹੜਾ ਬਣਨ ਵਾਲਾ ਮਨ ਹੈ, ਸਤਿਗੁਰ ਦੀ ਮੱਤ ਅਧੀਨ ਤਤ ਗਿਆਨ ਦਾ ਪ੍ਰਚਟ ਗਿਆਨ ਦਾ ਸੂਰਜ ਉਹਦੇ ਅੰਦਰ ਬਲ ਪੈਂਦਾ ਹੈ। ਉਸ ਨੂੰ ਮਹਿਸੂਸ ਕਰਦਾ ਹੈ ਕਿ ਮੈਂ ਦੂਜਿਆਂ ਨੂੰ ਭੈੜਾ नहीं कहण दी आदत दा हुण सुभाव मेरा बन गया है, क्योंकि मैनू दूजियां दे अवगुण देखण दी आदत नहीं रही। आई एम ब्लैसड। होमे सैमीनार समझ आई यही सी कि मैनू बीमारी पै गई है कि मैं दूजियां दे अवगुण देख सकदा हाँ। दूजियां दे अवगुण ना देखण दी जिहड़ी अकल हुंदी है, कंडा हट गया, कंडा पैर तो चुभना छुट गया। तिथै नाद विनोद कोड आनंद। नाद होंदा है लगातार इकमिक अवस्था दी धुनी, भाव सच दे नाल इकमिक हो के उसनू सुनना। विनोद होंदा है रब्बी मिलन दा चाह खुशियां। कोड होंदा है सच वल झुकाव, नम्रता नाल उस पासे समर्पण, इनू कोड कहंदे ने। आनंद कहते हैं खेड़ा खुशी विकास। विरला बनन वाला मन जिस अवस्था च पहुँचता है ज्ञान खंड की अवस्था विच, उत्थे उसनू सतगुर की मत राही चंगे चंगे गुणों का ख्याल कारण आनंद महसूस होता है। तत् ज्ञान लगातार इकमिक अवस्था विच रहिंदा है, इसनू नाद कहते हैं। तो मन का झुकाओ समर्पण कोड आनंद सतगुर की मत राही उसका लगातार उस पासे लिंक बनया रहता है और वो इस पासे वधदा जाता है। जे असी कहिए ना ईमानदारी की कमाई होनी चाहिए और किसी से कुछ लेके धोखा नहीं करना चाहिए और अपने घर में अपने सुख आराम से रहना चाहिए। बा वीर जी यही तो 3-4 गुण है, तो सानू हंकार आ जाएगा। जबकि साड़ी कमाई भी ईमानदारी की होती नहीं है, जबकि असी वंड छकना करते भी नहीं हाँ। फिर कई यह भी कहते हैं ईमानदारी की कमाई होनी चाहिए, किसी को धोखा करनी, अपने 10 नखूना की कमाई होनी चाहिए जी। अपने वोटी बच्चों नाल जे मैं अपने घर बह के अपने पैसे नाल शराब पी भी लई तो दसो की गया। ये सारे टकोसले इत्थे भुलेखा पैंदा है जिवें कि मैं परफेक्ट हो गया हाँ। लेकिन जिहड़ा सच की मत लैंदा है वो चंगे चंगे गुणां नूं ना धारण करके उन्हां नूं रैलिश करदा है
ਤੇ ਉਹ ਚੰਗੇ ਚੰਗੇ ਗੁਣ ਹੋਰ ਲੱਭਦਾ। ਇਸੇ ਕਰਕੇ ਅਸੀਂ ਗੁਰਦੁਆਰੇ ਜਾਂਦੇ ਹਾਂ, ਚੰਗੇ ਚੰਗੇ ਗੁਣਾਂ ਦੀ ਸੰਗਤ ਕਰਕੇ ਹੋਰ ਚੰਗੇ ਗੁਣਾਂ ਦਾ ਸੁਭਾਅ ਪਕਾਉਂਦੇ ਹਾਂ। ਜਿਹਦੇ ਕੋਲ ਗੁਣ ਨਾ ਹੋਵੇ ਉਹਨੂੰ ਰੱਬ ਜੀ ਕੀ ਕਰਦੇ ਨੇ, ਨਾਨਕ ਨਿਰਗੁਣ ਗੁਣ ਕਰੇ। ਔਰ ਜਿਨ੍ਹਾਂ ਕੋਲ ਗੁਣ ਹੋਣ, ਜੇ ਉਹ ਗੁਣਾਂ ਦੀ ਪ੍ਰੈਕਟਿਸ ਕਰਨ, ਗੁਣਵੰਤਿਆਂ ਗੁਣ ਦੇ ਹੋਰ ਗੁਣ ਦਿੰਦੇ ਨੇ। ਜੇ ਉਹ ਰੁਕ ਜਾਏ ਸਟੈਗਨੈਂਟ ਹੋ ਜਾਏਗਾ। ਸਟੈਗਨੈਂਟ ਪਾਣੀ ਮੈਲਾ ਹੋ ਜਾਂਦਾ ਹੈ, ਕੀੜੇ ਮੱਛਰ ਪੈ ਜਾਂਦੇ ਨੇ, ਬਦਬੂ ਆਉਂਦੀ ਹੈ। ਇਹਦਾ ਮਤਲਬ ਚੰਗੇ ਚੰਗੇ ਗੁਣ ਅਸੀਂ ਸਾਰੀ ਉਮਰ ਸਿੱਖਦੇ ਹਾਂ, ਸਿੱਖਦੇ ਰਹਿਣੇ ਚਾਹੀਦਾ ਹੈ। ਜਿੱਥੇ ਹੰਕਾਰ ਆਇਆ, ਮੈਨੂੰ ਚੰਗੇ ਗੁਣ ਪਤਾ ਨੇ, ਮੈਨੂੰ ਸਾਰੀ ਨੌਲੇਜ ਹੈ, ਉੱਥੇ ਹੀ ਰੁਕ ਗਏ। ਗਿਆਨ ਖੰਡ ਦੀ ਅਵਸਥਾ ਦੇ ਵਿੱਚ ਪਹੁੰਚ ਕੇ ਸ਼ਰਮ ਖੰਡ ਕੀ ਬਾਣੀ ਰੂਪ, ਉਹ ਸ਼ਰਮ ਖੰਡ ਅੰਦਰ ਪਹੁੰਚਦਾ ਕਿ ਚੰਗੇ ਚੰਗੇ ਗੁਣਾਂ ਦੇ ਉੱਤੇ ਸ਼ਰਮ ਕਰਦਾ ਹੈ। ਸ਼ਰਮ ਮਿਹਨਤ, ਸ਼ਰਮ ਐਫਰਟ, ਸ਼ਰਮ ਜੁਡੀਸ਼ੀਅਸਲੀ ਆਪਣੇ ਸਮੇਂ ਨੂੰ ਚੰਗੇ ਗੁਣਾਂ ਵਾਲੇ ਪਾਸੇ ਵਰਤ ਕੇ ਆਪਣੇ ਸੁਭਾਅ ਨੂੰ ਠੀਕ ਕਰਦਾ ਰਹਿੰਦਾ। ਇਸ ਕੋ ਸ਼ਰਮ ਕਰਨਾ ਕਹਤੇ ਹੈ। ਔਰ ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਬਾਬਰ ਨੇ ਇੰਡੀਆ 'ਤੇ ਅਟੈਕ ਕੀਤਾ ਸੀ, ਉਸ ਵੇਲੇ ਜੋ ਕੁਝ ਹੋਇਆ ਸੀ ਉਸ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਬਾਣੀ ਰਾਹੀਂ ਸਾਰੀ ਦੁਨੀਆ ਨੂੰ ਦੱਸਿਆ। ਸ਼ਰਮ ਧਰਮ ਦੋਇ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਉਹ ਸ਼ਬਦ ਦੇ ਵਿਚਕਾਰ ਉਹ ਹਿਸਟਰੀ ਬਿਆਨ ਕੀਤੀ ਹੈ ਜੋ ਉਸ ਵੇਲੇ ਬਾਬਰ ਨੇ ਜ਼ੁਲਮ ਕੀਤਾ। ਲੇਕਿਨ ਉਸ ਸ਼ਬਦ 'ਚੋਂ ਮੈਨੂੰ ਅੱਜ ਸੇਧ ਕੀ ਮਿਲਦੀ ਹੈ? ਸ਼ਰਮ ਧਰਮ ਦੋਇ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਪਾਪ ਕੀ ਜੰਜ ਲੈ ਕਾਬਲੋ ਤਾਇਆ, ਜ਼ੋਰੀ ਮੰਗੈ ਦਾਨ ਵੇ ਲਾਲੋ। ਉਹਦੇ ਤੋਂ ਮੈਨੂੰ ਇਹ ਸਮਝ ਪੈਂਦੀ ਹੈ ਕਿ ਜੇ ਮੈਂ ਸ਼ਰਮ ਨਾ ਕਰਾਂ ਕਿਹਦੇ ਉੱਤੇ, ਧਰਮ ਉੱਤੇ, ਸ਼ਰਮ ਧਰਮ ਦੋਏ ਛੱਪ ਖਲੋਏ। ਇਹਨੂੰ ਆਸਾ ਕੀ ਵਾਰੀ 'ਚ ਕਹਿੰਦੇ ਨੇ, ਸ਼ਰਮ ਧਰਮ ਕਾ ਡੇਰਾ ਦੂਰ। ਜਦੋਂ ਮੈਂ ਸ਼ਰਮ ਨਾ ਕਰਾਂ ਔਰ ਧਰਮ ਨੂੰ ਅਪਣਾਵਾਂ ਨਾ, ਕਿਹਦੇ ਤੇ ਸ਼ਰਮ ਨਾ ਕਰਾਂ, ਧਰਮ ਤੇ। ਆਈਡੀਅਲਸ ਦੀ ਪ੍ਰੈਕਟਿਸ ਜੇ ਮੈਂ ਨਾ ਕਰਾਂ, ਧਰਮ ਪੰਖ ਲਗਾ ਕਰ ਮੇਰੇ ਜੀਵਨ ਤੋਂ ਉੱਡ ਗਿਆ, ਸ਼ਰਮ ਧਰਮ ਕਾ ਡੇਰਾ ਦੂਰ ਹੋਇਆ ਕਿ ਨਾਨਕ ਕੂੜ ਰਿਹਾ ਭਰਪੂਰ। ਮੇਰੇ ਜੀਵਨ ਦੀ ਅਗਵਾਈ ਕੂੜ ਕਰੇਗਾ। ਕੂੜ ਨੂੰ ਜੰਮ ਕਹਿੰਦੇ ਨੇ, ਮੰਦੇ ਖਿਆਲ ਅਵਗੁਣ ਕਹਿੰਦੇ ਨੇ। ਹੁਣ ਇੱਥੇ ਗੁਰੂ ਪਾਤਸ਼ਾਹ ਕਹਿੰਦੇ ਨੇ ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਮੇਰੀ ਪ੍ਰਧਾਨਤਾ, ਮੇਰੀ ਅਗਵਾਈ, ਮੇਰਾ ਗਾਈਡ ਕੌਣ ਬਣ ਜਾਂਦਾ? ਕੂੜ। ਕੂੜ ਹੁੰਦਾ ਜੰਮ। ਪਾਪ ਕੀ ਜੰਜ ਲੈ ਕਾਬਲ ਲੋਤਾਇਆ, ਉਹ ਕਾਬਲ ਫੁੱਲੀ ਐਕਵਿਪਡ ਹੁੰਦਾ ਹੈ ਔਰ ਆ ਕੇ ਮੈਨੂੰ ਜ਼ੋਰੀ ਮੰਗੇ ਦਾਨ ਵੇ ਲਾਲੋ। ਦਾਨ ਵਿੱਚ ਮੇਰੇ ਕੋਲੋਂ ਚੰਗੇ ਚੰਗੇ ਗੁਣਾਂ ਦਾ ਖਜ਼ਾਨਾ ਮੰਗਦਾ ਹੈ। ਇਹਦੀ ਐਗਜ਼ਾਮਪਲ ਮੈਂ ਪਹਿਲਾਂ ਸਾਂਝ ਕਰ ਚੁੱਕਾ ਹੋਇਆ ਜਦੋਂ ਅਸੀਂ ਇਹ ਸ਼ਬਦ ਪਹਿਲਾਂ ਸਾਂਝ ਕੀਤਾ ਸੀ ਕਿ ਜਦੋਂ ਸ਼ਾਦੀ ਹੁੰਦੀ ਹੈ, ਮੁੰਡੇ ਵਾਲੇ ਆਉਂਦੇ ਨੇ, ਮੁੰਡੇ ਵਾਲੇ ਆ ਕੇ ਕਹਿੰਦੇ ਨੇ ਇਹ ਡੋਲੀ तब उठेगी जब इतना कैश दोगे, इतने लाख दोगे, इतने करोड़ दोगे, इतना सोना दोगे, इतना ये दोगे। मुंडे वाले ऐ नहीं कहते गले सड़े गलीचे कारपेट दे दो, जितना बरातियों ने खाना जूठा छोड़ा है वो दे दो। वो गंदगी थोड़ा ना मंगते ने, वो चंगियां चंगियां चीज़ां मंगते ने। दान विच पाप की जंज लैके जम जदों मेरे उत्ते अटैक करता है, कदों करता है? जदों मैं धर्म नूं अपनाया नहीं, धर्म के उत्ते प्रैक्टिकल श्रम नहीं किया, मैं श्रम खंड अंदर गया ही नहीं, मैं नहीं किया, तो पाप की जंज लै काबल उताया। जमा की बरात आ जाती है और जम मेरे को जोरी मंगे दान वे ला लो। मेरे को चंगियां चंगियां चीज़ां दान विच मंगते ने। सबर दे दे, संतोख दे दे, पेशेंस दे दे, शीतलता दे दे, अपना टॉलरेंस लैवल दे दे, अपनी ईमानदारी दे दे। ए सारा मेरा एसैट कैपिटल खोंदे ने मेरे कोलों।
ਜ਼ੋਰੀ ਮੰਗੈ ਦਾਨ ਵੇ ਲਾਲੋ। ਮੇਰਾ ਸਾਰਾ ਖੂਨ ਕੰਟੈਮੀਨੇਟਿਡ ਕਰ ਦਿੰਦੇ ਨੇ। ਇਸ ਕਰਕੇ ਮੈਨੂੰ ਉਸ ਸ਼ਬਦ ਅੰਦਰ ਸਿਖਾਇਆ, ਖੂਨ ਕੇ ਸੋਇਲੇ ਗਾਵੀਏ ਨਾਨਕ। ਰਾਤ ਕਾ ਕੁੰਗੂ ਪਾਏ ਵੇ ਲਾਲੋ, ਤੇਰਾ ਸਾਰਾ ਖੂਨ ਕੰਟੈਮੀਨੇਟਿਡ ਹੋ ਗਿਆ ਹੈ, ਤੈਨੂੰ ਡਾਇਲਿਸਿਸ ਕਰਨਾ ਪਏਗਾ ਚੰਗੇ ਗੁਣਾਂ ਦੇ ਨਾਲ। ਸ਼੍ਰਮ ਖੰਡ ਕੀ ਬਾਣੀ ਰੂਪ, ਗਿਆਨ ਖੰਡ ਦੀ ਅਵਸਥਾ ਕਾਰਨ ਵਿਰਲਾਮਾਨ ਸਤਿਗੁਰ ਦੀ ਮੱਤ ਦੇ ਅਧੀਨ ਮਿਹਨਤ ਉਦਮ ਸ਼੍ਰਮ ਕਰਕੇ ਨਵਾਂ ਰੂਪ ਚੰਗੇ ਚੰਗੇ ਗੁਣ ਦੇ ਨਾਲ ਸ਼ਿੰਗਾਰਿਆ ਜਾਂਦਾ ਹੈ, ਸੁੰਦਰ ਗੁਣ ਪ੍ਰਾਪਤ ਕਰਦਾ ਰਹਿ ਜਾਂਦਾ ਹੈ, ਉਹਨੂੰ ਨਵਾਂ ਰੂਪ ਚੜ੍ਹਦਾ ਜਾਂਦਾ ਹੈ। ਸ਼੍ਰਮ ਖੰਡ ਦੇ ਅੰਦਰ ਉਸਨੇ ਜੋ ਧਰਮ ਖੰਡ ਤੋਂ ਐਂਟਰ ਕਰਕੇ ਗਿਆਨ ਖੰਡ ਤੋਂ ਜੋ ਕੁਝ ਸੁਣਿਆ ਸੀ ਨਾ, ਉਸ ਦੇ ਨਾਲ ਉਹ ਆਪਣਾ ਚੰਗਾ ਗੁਣ ਧਾਰਨ ਕਰਦਾ ਹੈ। ਜਦੋਂ ਕਦੇ ਵੀ ਅਸੀਂ ਚੰਗਾ ਗੁਣ ਲੈਣ ਵਾਸਤੇ ਆਪਣਾ ਸਮਰਪਣ ਕਰਦੇ ਹਾਂ ਨਾ, ਉਸ ਵੇਲੇ ਅਸੀਂ ਭਾਈ ਲਹਿਣਾ ਜੀ ਦੀ ਅਵਸਥਾ 'ਚ ਹੁੰਦੇ ਹਾਂ। ਪ੍ਰਭ ਤੁਮ ਤੇ ਲਹਿਣਾ, ਤੂੰ ਮੇਰਾ ਗਹਿਣਾ। ਔਰ ਗਹਿਣਾ ਹੁੰਦਾ ਹੈ ਸ਼ਿੰਗਾਰ। ਸ਼ਿੰਗਾਰ ਕੌਣ ਕਰਦਾ ਹੈ? ਜਦੋਂ ਅੰਗਦ ਅਵਸਥਾ ਵਿੱਚ ਆਉਂਦੇ ਹਾਂ। ਭਾਈ ਲਹਿਣਾ ਤੋਂ ਅਸੀਂ ਅੰਗਦ ਦੀ ਅਵਸਥਾ ਨੂੰ ਮਾਣਦੇ ਹਾਂ ਨਾ ਜਦੋਂ, ਤਾਂ ਸ਼ਿੰਗਾਰੇ ਜਾਂਦੇ ਹਾਂ। ਸ਼ਿੰਗਾਰੇ ਜਾਂਦੇ ਹਾਂ ਚੰਗੇ ਚੰਗੇ ਗੁਣਾਂ ਰਾਹੀਂ। ਸ਼੍ਰਮ ਖੰਡ ਕੀ ਬਾਣੀ ਰੂਪ ਦਾ ਉਹਦੇ ਅੰਦਰ ਉਹਦੇ ਉੱਤੇ ਚੰਗਾ ਰੂਪ ਚੜ੍ਹਦਾ ਜਾਂਦਾ ਹੈ। ਉਹ ਸੰਤੋਖ ਦੀਆਂ ਮੁੰਦਰਾਂ ਪਾਉਂਦਾ ਹੈ, ਨਮਰਤਾ ਦੀਆਂ ਅੱਖਾਂ ਬਣਾਉਂਦਾ ਹੈ, ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਕਰਦਾ ਜਾਂਦਾ ਹੈ। ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੇ ਰੰਗਰੀ ਕਰਦਾ ਜਾਂਦਾ ਹੈ। ਗਿਆਨ ਦਾ ਅੰਜਨ ਸੁਰਮਾ ਪਾਉਂਦਾ ਹੈ। ਆਪਣੇ ਸਾਰੇ ਇੰਦਰੀਆਂ ਗਿਆਨ ਇੰਦਰੀਆਂ ਨੂੰ ਨੱਥ ਕੇ ਰੱਖਣ ਵਾਲੀ ਨੱਕ ਵਿੱਚ ਨੱਥ ਪਾਉਂਦਾ ਹੈ। ਇਸ ਤਰੀਕੇ ਦੇ ਨਾਲ ਉਹ ਅੰਦਰ ਦਾ ਸ਼ਿੰਗਾਰ ਕਰਦਾ ਹੈ। ਉਹਨੂੰ ਇਨਰ ਬਿਊਟੀ ਕਹਿੰਦੇ ਨੇ। ਕਾਸ਼ ਸਾਨੂੰ ਬਾਹਰਲੇ ਬਿਊਟੀ ਪਾਰਲਰ ਦੇ ਬਦਲੇ ਅੰਦਰ ਦੀ ਬਿਊਟੀ ਬਣਾਉਣੀ ਆ ਜਾਏ। ਕਾਸ਼ ਗੁਰੂ ਦੇ ਬਿਊਟੀ ਪਾਰਲਰ 'ਤੇ ਅਸੀਂ ਆ ਸਕੀਏ। ਕਾਸ਼ ਗੁਰੂ ਦੇ ਫਿਟਨੈਸ ਸੈਂਟਰ ਅੰਦਰ ਅਸੀਂ ਆ ਕੇ ਆਪਣੇ ਅੰਦਰ ਦੇ ਤਨ ਨੂੰ ਸ਼ਿੰਗਾਰ ਸਕੀਏ। ਸ਼੍ਰਮ ਖੰਡ ਕੀ ਬਾਣੀ ਰੂਪ, ਸੁੰਦਰ ਰੂਪ ਉਹਨੂੰ ਚੜ੍ਹਦਾ ਹੈ। ਸਾਡੇ ਧੀਆਂ ਪੁੱਤਰ ਵਿਆਹੇ ਜਾਂਦੇ ਨੇ, ਅਸੀਂ 5-5 ਲੱਖ ਦਾ ਗੇਟ ਬਣਾਉਂਦੇ ਹਾਂ, 20-20 ਕਰੋੜ ਦੀ ਸਾਡੀ ਜੰਝ ਚੜ੍ਹਦੀ ਹੈ, 50-50 ਕਰੋੜ ਦੇ ਲਹਿੰਗੇ ਔਰ ਜੁਐਲਰੀ ਅਸੀਂ ਬਣਵਾ ਕੇ ਉਹਨਾਂ ਦਾ ਦਾਜ ਤਿਆਰ ਕਰ ਦਿੰਦੇ ਹਾਂ, ਵਰੀ ਤਿਆਰ ਕਰ ਦਿੰਦੇ ਹਾਂ। ਪਰ ਉਹਨਾਂ ਨੂੰ ਆਪਸ ਵਿੱਚ ਡੀਲ ਕਰਨਾ ਨਹੀਂ ਆਉਂਦਾ। ਡੀਲ ਕੀਤਾ ਜਾਂਦਾ ਹੈ ਅੰਦਰ ਦੇ ਗੁਣਾਂ ਦੇ ਨਾਲ। ਜੇ ਉਹ ਨਹੀਂ ਆਉਂਦਾ ਨਾ, ਜੇ ਦੋਵਾਂ ਨੂੰ ਨਹੀਂ ਆਉਂਦਾ ਤਾਂ ਵੀ, ਜੇ ਦੋਵਾਂ 'ਚੋਂ ਇੱਕ ਨੂੰ ਆਉਂਦਾ ਤਾਂ ਵੀ, ਸਾਡੇ ਘਰ ਦੇ ਜੀਵਨ ਵਿੱਚ ਤਲਾਕ, ਦੂਰੀਆਂ, ਡਿਪਰੈਸ਼ਨ, ਪਾਗਲਪਨ, ਲੀਗਲ ਪ੍ਰੋਸਟੀਟਿਊਸ਼ਨ, ਜ਼ਬਰਦਸਤੀ ਦਾ ਜੇਲ੍ਹ ਖਾਨਾ ਅਤੇ ਸੁਸਾਈਡ ਵਾਪਰਦਾ ਹੈ। ਇਸੇ ਨੂੰ ਕਲਯੁਗ ਕਹਿੰਦੇ ਨੇ। ਘਰ ਅੰਦਰ ਹਰ ਵੇਲੇ ਕਲਾ ਕਲੇਸ਼ ਮਚੀ ਰਹਿੰਦੀ ਹੈ, ਚੈਨ ਨਹੀਂ ਆਉਂਦਾ। ਸ਼੍ਰਮ ਖੰਡ ਕੀ ਬਾਣੀ ਰੂਪ ਦਾ ਸੁੰਦਰ ਰੂਪ ਧਾਰਨ ਕਰਨਾ ਅਸੀਂ ਤਿੱਥੈ ਘਾੜਤ ਘੜੀਏ ਬਹੁਤ ਰੂਪ। ਸ਼੍ਰਮ ਖੰਡ ਦੀ ਅਵਸਥਾ ਵਿੱਚ ਵਿਰਲਾ ਮਨ ਸਤਿਗੁਰ ਦੀ ਮੱਤ ਵੱਲ ਸਮਰਪਿਤ ਹੋਣ ਕਾਰਨ ਚੰਗੇ ਗੁਣਾਂ ਦੇ ਰੂਪ ਬੇਮਿਸਾਲ, ਉਹਨੂੰ ਅਨੂਪ ਕਹਿੰਦੇ ਨੇ। ਉਸ ਸਚਿਆਰ ਮਨ ਦੀ ਪ੍ਰਾਪਤੀ ਦੀ ਘਾੜਤ ਘੜਦਾ ਜਾਂਦਾ ਹੈ, ਤਾਂ ਕਿ ਇਹ ਗੱਲਾਂ ਕੱਥੀਆਂ ਨਾ ਜਾਏ। ਐਸੇ ਮਨ ਦੀ ਤੁਸੀਂ ਜਿਹੜੇ ਚੰਗੇ ਚੰਗੇ ਗੁਣਾਂ ਦੀ ਸੋਰਸ ਤੋਂ ਉਸਨੇ ਮਤ ਲਈ, ਉਹਦੇ ਬਾਰੇ ਨਹੀਂ ਬਿਆਨ ਕਰ ਸਕਦਾ ਵੀ ਇਹ ਕਿਸ ਤਰ੍ਹਾਂ ਹੈ, ਅਤੇ ਆਪਣਾ ਵੀ ਹੰਕਾਰ ਨਹੀਂ ਕਰ ਸਕਦਾ ਕਿ ਮੈਨੂੰ ਇਹ ਵਾਲੇ ਗੁਣ ਪ੍ਰਾਪਤ ਹੋ ਗਏ ਨੇ। ਕਿਉਂ? ਕਿਉਂਕਿ ਨਮਰਤਾ ਵਿੱਚ ਜੇ ਕੋ ਕਹੈ ਪਿੱਛੇ ਪਛਤਾਏ। ਕੱਲ ਅਸੀਂ ਇਸ ਨੂੰ ਸਮਝ ਚੁੱਕੇ ਹੋਏ ਹਾਂ। ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੇ ਪਛਤਾਏ ਕੱਲ ਅਸੀਂ ਸਮਝ ਚੁੱਕੇ ਹਾਂ। ਅੱਜ ਫਿਰ ਅਸੀਂ ਇਸ ਨੂੰ ਸਮਝ ਲਈਏ, ਪਛਤਾਉਣਾ ਨਹੀਂ ਪੈਂਦਾ। ਪਛਤਾਏ ਦਾ ਮਤਲਬ ਹੁੰਦਾ ਹੈ ਪਛ ਸੁਣਨ ਤੋਂ ਬਾਅਦ ਆਫਟਰਵਰਡਸ ਉਸ ਪਾਸੇ ਪੈਸ਼ਨ ਦੇ ਨਾਲ ਟੁਰਨਾ, ਤਾਂ ਕਿ ਇਹ ਗੱਲਾਂ ਕੱਥੀਆਂ ਨਾ ਜਾਏ। ਜੇ ਕੋ ਕਹਿ ਪਿੱਛੇ ਪਛਤਾਏ। ਵਿਰਲਾ ਮਨ ਸਤਿਗੁਰ ਦੀ ਮੱਤ ਲੈ ਕੇ ਉਸ ਪਾਸੇ ਤਪਦਾ ਹੋਇਆ, ਭਾਵ ਨਮਰਤਾ ਵਿੱਚ ਪੈਸ਼ਨ ਦੇ ਨਾਲ ਟੁਰ ਪੈਂਦਾ, ਬਰਨਿੰਗ ਡਿਜ਼ਾਇਰ ਦੇ ਨਾਲ। ਤੀਬਰ ਤਾਂਗ ਨੂੰ ਪਛਤਾਏ ਕਹਿੰਦੇ ਨੇ, ਬਰਨਿੰਗ ਡਿਜ਼ਾਇਰ ਕਹਿੰਦੇ ਨੇ। ਵਿਰਲਾ ਮਨ ਗੁਣਾਂ ਦੀ ਪ੍ਰਾਪਤੀ ਤੇ ਹੰਕਾਰ ਬਿਲਕੁਲ ਨਹੀਂ ਕਰਦਾ। ਜਦੋਂ ਨਿਜ ਘਰ ਤੋਂ ਸੁਨੇਹਾ ਮਿਲਦਾ ਉਸ ਪਿੱਛੇ
ਪੂਰਨ ਤੌਰ ਤੇ ਦ੍ਰਿੜਤਾ ਨਾਲ ਤੁਰ ਪੈਂਦਾ ਹੈ। ਵਿਰਲਾ ਮਨ ਜਦੋਂ ਰੱਬੀ ਗੁਣਾਂ ਵਿੱਚ ਸਮਾ ਜਾਂਦਾ ਹੈ ਤਾਂ ਮਨ ਦੀ ਮੱਤ ਤੋਂ ਛੁੱਟ ਜਾਂਦਾ ਹੈ। ਮਨ ਕੀ ਮੱਤ ਹੈ ਕੂੜ। ਸੋ ਉਹ ਧਰਮ ਖੰਡ ਅੰਦਰ ਐਂਟਰ ਹੋਇਆ ਬਿਮਾਰ ਸਮਝ ਕੇ, ਔਰ ਬਿਮਾਰੀ ਤੋਂ ਛੁੱਟਣ ਦੀ ਗੱਲ ਜਿਹੜੀ ਪੁੱਛੀ ਉਹਨੂੰ ਗਿਆਨ ਖੰਡ ਕਹਿੰਦੇ ਨੇ। ਜੋ ਜੋ ਉਹਨੂੰ ਸੰਜਮ ਦੱਸੇ ਗਏ ਉਹਨਾਂ ਨੂੰ ਸ਼ਰਮ ਕਹਿੰਦੇ ਨੇ। ਇਹ ਗੱਲ परसों साड़ी रजौरी गार्डन आई सी कि पूर्वला कर्म भी इनू कहते हैं। हम समझते थे पूर्वला कर्म होता पिछले जन्म का कर्म। पूर्वला कर्म होता मैं 20 तरीक बीमार होया और मैं 20 तरीक डॉक्टर को गया। पूर्वला कर्म स्टार्ट्स। मैं डॉक्टर को गया, डॉक्टर ने मैनू मेरी बीमारी दसी। डॉक्टर ने कहा ऐसे बीमार हुए हो, ये वाली दवाई खाओ, ये वाले परहेज करना और ये वाली बातें प्रैक्टिस मत करना, ये वाली जरूर करना। ਇਹ ਸਾਰੀਆਂ ਗੱਲਾਂ ਤੇ ਮੈਂ ਪਹਿਰਾ ਦਿੱਤਾ। ਡਾਕਟਰ ਨੇ ਕਿਹਾ ਆਪਕੀ ਦਵਾਈ 3 दिन की है। मैं 23 तरीक तक दवाई खाधी और जो जो संजम दसिया मैं ਉਹਦੇ ਤੇ ਮਿਹਨਤ ਕੀਤੀ। पूरब कमाया सो आगे आया, 23 तरीक मैं ठीक हो गया। ਇਹਨੂੰ ਕਹਿੰਦੇ ਨੇ ਜੋ ਤੂੰ ਜਿਸ ਪਲ ਸੁਣਿਆ, ਸੁਣਨ ਤੋਂ ਬਾਅਦ ਤੂੰ ਜੋ ਕੀਤਾ, ਇਹਨੂੰ ਪੂਰਬਲਾ ਕਰਮ ਕਹਿੰਦੇ ਨੇ ਗੁਰਮਤ ਅਨੁਸਾਰ। दिन रात कमाएड़ो सो आयो माथा है। जो तू सोचदा है उंज तू करदा है वो तेरा फ्रंट ते आ ही जांदा है। इनू कहंदे ने जेहा बीजै सो लुणै, कर्मा संधड़ा खेत। इनू कहंदे ने एज यू सो शैल यू रीप। मैंने डॉक्टर से पूछा, मैंने बीज बोया, मैं घर से चला। मैंने डॉक्टर को पूछा, डॉक्टर ने मेरी खेती तैयार कराई, डॉक्टर ने मेरे को दवाई समझाई, डॉक्टर ने मेरे को जैसे जैसे बताया वैसे फसल तैयार हुई। मेरे को फल प्राप्त हुआ हेल्दी, फल प्राप्त हुआ बीमार नहीं, फल प्राप्त हुआ मेरा रोग दूर हो गया। इनू पूर्व कर्म कहते ने, पूर्वले कर्म कहते ने। सो ओ कूड़ तो छूट जाता है पूर्वले कर्म कमा के। पिछले जन्म की गल नहीं है। इस गल नूं बरीकी नाल याद रखना है। असी वी ऑलवेज राइट आवर ओन डेस्टिनी ओवर हीयर आफ्टर वी टुक द शरीरक बर्थ। हर मनुख अपनी डेस्टिनी आप लिखता है। तिथे घड़ीए सुरत मत मन बुद्ध, उन्होंने समझ आती जाती है। विरले मन नूं तिथे मीनस श्रम खंड की अवस्था विच आके ओदी सुरत, ओदी मत, ओदा मन, ओदी बुद्ध घड़ी जाती है। साध संगत जी ये सारियां घड़न वेले सुरत, मत ते बुद्ध ये तीनों दियां उच्चियां हो जांदियां ने। ये उच्चियां क्यों हो जांदियां? क्योंकि वो मन नीवा कर लैंदा है। मन नीवा हो जाता है, मत उच्ची हो जाती है। कुबुद्धि तो, भैड़ी बुद्धि तो, कुमत तो सुमत बन जाती है। सुबुद्धि प्राप्त होती जाती है, बुद्ध बदली सिद्ध पाई होती जाती है, दुर्मत मैल गई सब निकल होती जाती है। श्रम खंड जो जो मेहनत करते जाइए। मेहनत कितनी सिंपल है। एक गिलास में गंदा पानी है, आप इसमें साफ वाला पानी डालते जाओ, पानी डालते जाओ और साफ वाला डालते जाओ। कुछ देर के बाद आप देखेंगे गंदा पानी सारा बाहर निकल गया और गिलास में साफ पानी बचा। बहुत सिंपल एक्सरसाइज है। इंज मैं दिनों दिन चंगे गुण धारण करता जावां, अवगुण छोड़ गुणा को तावू गुण लई जावां। चंगे गुण अपने थॉट प्रोसैस विच पाई जावां, अवगुण सारे निकलते जान। ਉਹਦੇ ਨਾਲ ਸੁਰਤ ਮਤ ਬੁੱਧ ਘੜੀ ਜਾਂਦੀ ਹੈ। ਪਰ ਸ਼ਰਤ ਇੱਕੋ ਰਹਿੰਦੀ ਹੈ, ਸੁਣਿਆ ਕਰ, ਮੰਨਿਆ ਕਰ, ਨਮਰਤਾ ਵਿੱਚ ਰਿਹਾ ਕਰ। ਇਹਨੂੰ ਮਨ ਨੀਵਾਂ ਕਹਿੰਦੇ ਨੇ। ਸਤਿ ਸ੍ਰੀ ਅਕਾਲ। ਜੇ ਮੈਂ ਗੁਰਦੁਆਰੇ ਭਾਈ ਸਾਹਿਬ ਨੂੰ ਪੜ੍ਹਾਉਣ ਆ ਜਾਵਾਂ, ਭਾਈ ਸਾਹਿਬ ਜੀ ਤੁਸੀਂ ਅੱਜ ਪ੍ਰਸ਼ਾਦ ਠੀਕ ਨਹੀਂ ਬਣਾਇਆ, ਭਾਈ ਸਾਹਿਬ ਜੀ ਤੁਸੀਂ ਅੱਜ ਨਹਾਤੇ ਨਹੀਂ, ਭਾਈ ਸਾਹਿਬ ਜੀ ਅੱਜ ਤੁਸੀਂ ਇਹ ਕੀ ਕੀਤਾ, ਭਾਈ ਸਾਹਿਬ ਜੀ ਗ੍ਰੰਥੀ ਜੀ, ਸੇਵਾਦਾਰ ਜੀ, ਰਾਗੀ ਜੀ, ਜੇ ਮੈਂ ਉਹਨਾਂ ਦੀ ਕਲਵਾਟ ਹੀ ਲਾਣ ਆਉਂਦਾ ਰਵਾਂ ਤੇ ਮੈਂ ਕੋਈ ਸਿੱਖਣ ਤੇ ਆਇਆ ਨਹੀਂ। ਮਨ ਨੀਵਾਂ ਨਾਲ ਤੇ ਮੈਂ ਆਇਆ ਹੀ ਨਹੀਂ। ਮੈਂ ਪ੍ਰਧਾਨ ਬਣ ਕੇ ਗੁਰਦੁਆਰੇ ਆਇਆ ਵਾਂ, ਜਾਂ ਮੈਂ ਲੋਕਾਂ ਦੇ ਅਵਗੁਣ ਕੱਢਣ ਗੁਰਦੁਆਰੇ ਆਇਆ ਵਾਂ, ਜਾਂ ਮੈਂ ਮਨ ਨੀਵਾਂ ਨਾਲ ਕੁਝ ਸੁਣਨ ਸਿੱਖਣ ਆਇਆ ਵਾਂ। ਦੇਰ ਇਜ਼ ਬਿਗ ਡਿਫਰੈਂਸ ਬਿਟਵੀਨ ਦੀਜ਼ ਟਾਈਪਸ ਆਫ ਹੈਬਿਟਸ। मनु निमरता नाल सतगुर को लाना चाहिए। सतगुर पातशाह मैं मन नीवे नाल आया, मेरी सुरत मत बुद्ध कढ़ो। और ये विरला बनन वाले मन नूं श्रम खंड की अवस्था में समझ आ जाती है, उसकी सुरत मत बुद्ध कड़ी जाती है। श्रम खंड की अवस्था में निज कार चो विवेक बुद्धि प्राप्त होती है, मन नीवे पासे टुर पैंदा और श्रम करन लग पैंदा है। तो ऐसी अवस्था में सुरत मत बुद्ध उसकी
ਘੜੀ ਜਾਂਦੀ ਹੈ, ਕੂੜ ਉਹਨਾਂ ਤੋਂ ਨਿਕਲ ਜਾਂਦੀ ਹੈ। ਵਿਰਲਾ ਮਨ ਵਿਸਮਾਦਿਤ ਹੁੰਦਾ ਹੈ। ਸ਼ਰਮ ਖੰਡ ਦੀ ਅਵਸਥਾ ਵਿੱਚ ਸੁਰਤ ਮਤ ਬੁੱਧ ਕਿਸ ਤਰ੍ਹਾਂ ਉਸ ਦੀ ਤਰਾਸ਼ੀ ਜਾਂਦੀ ਹੈ। ਇਹਦਾ ਮਤਲਬ ਅਸੀਂ ਗੁਰਦੁਆਰੇ ਆਪਣੀ ਸੁਰਤ ਮਤ ਬੁੱਧ ਠੀਕ ਕਰਾਉਣ ਆਉਂਦੇ ਹਾਂ। ਫਿਕਸਅਪ ਇਹ ਟਕਸਾਲ ਹੈ, ਤਿੱਥੈ ਘੜੀ ਹੈ ਸੁਰਤ ਮਤ ਮਨ ਬੁੱਧ ਤੋਂ ਇਲਾਵਾ ਤਿੱਥੈ ਘੜੀ ਹੈ ਸ਼ਬਦ ਸੱਚੀ ਟਕਸਾਲ। ਇੱਥੇ ਟਕਸਾਲ ਹੈ, ਜ਼ਬਾਨ ਨੂੰ ਠੀਕ ਕਰਦੀ ਹੈ। ਸ਼ਬਦ ਸੱਚੀ ਟਕਸਾਲ ਮੀਨਸ ਜ਼ਬਾਨ ਨੂੰ ਫਿਕਸਅਪ ਕਰਨ ਦੀ ਟਕਸਾਲ ਹੈ। ਇਹ ਉਹਦੀ ਘੜੀ ਜਾਂਦੀ ਹੈ, ਉਹਦਾ ਮਨ ਨੀਵਾਂ ਹੋ ਜਾਂਦਾ, ਮੱਤ ਉੱਚੀ ਵਿਵੇਕ ਬੁੱਧੀ ਹੋ ਜਾਂਦੀ। ਤਿੱਥੇ ਘੜੀ ਹੈ ਸੁਰਾਂ ਸਿਧਾਂ ਕੀ ਸੁਧ। ਸੁਰਾਂ ਹੁੰਦਾ ਸਤਿਗੁਰ ਦੀ ਮੱਤ ਦੇ ਸਮੁੰਦਰ ਵਿੱਚੋਂ ਪ੍ਰਾਪਤ ਰਤਨ ਜਵਾਹਰ ਮਾਣਿਕ ਵਰਗੇ ਚੰਗੇ ਗੁਣ। ਇਹ ਉਹਨੇ ਸੁਣਿਆ ਦੀਆਂ 4 ਪੌੜੀਆਂ ਸਿਰਫ ਸੁਣਿਆ ਸੀ ਕਿ ਐਸੇ ਹੋ ਜਾਤਾ ਹੈ। ਸੁਣਿਆ ਸਰਾ ਗੁਣਾ ਕੇ ਗਾ। ਇੱਥੇ ਉਹ ਪ੍ਰੈਕਟੀਕਲੀ ਸੀਨ ਨੂੰ ਮਾਣ ਰਿਹਾ ਹੈ ਸ਼ਰਮ ਖੰਡ ਦੀ ਅਵਸਥਾ ਵਿੱਚ। ਸਿੱਧਾ ਹੁੰਦਾ ਕਿਸੇ ਚੰਗੇ ਕੰਮ ਦੀ ਸਿੱਧੀ ਪ੍ਰਾਪਤ ਕਰ ਲੈਣਾ। ਮੰਨ ਲਿਆ ਇੱਕ ਸੱਜਣ ਮੈਨੂੰ ਗਾਲ ਕੱਢਦਾ ਹੈ, ਮੈਂ ਵੀ ਉਹਨੂੰ ਗਾਲ ਕੱਢਦਾ ਹਾਂ, ਪਰ ਮੈਂ ਗੁਰੂ ਕੋਲੋਂ ਸੁਣਿਆ ਗਾਲੀ ਨਹੀਂ ਨਿਕਾਲਣੀ ਚਾਹੀਏ। ਉਸ ਬੰਦੇ ਨੇ ਮੈਨੂੰ ਗਾਲ ਕੱਢੀ, दूसरी बारी मेरे मन अंदर है तुमको गाली निकालनी चाहिए, पर चलो छोड़ो माफ़ किया। मेरे मन अंदर आया कि गाली निकालूं, पर मैंने निकाली नहीं। मंदा फुरना आया सी। पहली बारी मंदे फुरने ने मेरे को गाल कढ़वाई, दूजी बारी मंदे फुरने ने मैनू कहा नहीं सतगुर की गल सुन लै यार, गाली मत निकालो, पर मंदा फुरना आया। तीजी वारी जो मैं आदत पै गई मंदे फुरनिया दबाण दी और अपने एक्शन ना लैण दी, तो आस्ता आस्ता मंदा फुरना आना बंद हो जाता है। इनू कहते ने सिद्धि प्राप्त करना, अपने एक एक अवगुण तो छुट के चंगे गुण नू प्राप्त करना गुरमति च सिद्ध कहलाता है, सिद्धि प्राप्ति कहलाता है। लोग समझते हैं ये आग पर चलने की सिद्धि प्राप्त करते हैं, ये तार पर चलने की सिद्धि प्राप्त करते हैं, और ये देखो जी लोहा खा जाते हैं, ये एक टांग पर खड़े होने की सिद्धि प्राप्त। ये सीधा जोगियां दी गल्लां सी। गुरु साहब कहते तू अवगुणा तो छुटण दी सिद्धि प्राप्त कर और गुणा दी प्रैक्टिस कर। सारी दुनिया वास्ते एक धर्म हो गया ना। जिस मर्जी तो मजहब का है, तू चंगे गुणों की प्रैक्टिस किया कर और उनकी सिद्धि प्राप्ति कर। शुद्ध किसी चंगे काम दी सुझे सोझी विवेक बुद्धि लेना, कूड़ छड़ के चंगे गुणा दी सोझी दा दृढ़ सुभाव प्राप्त करना। इनू कहते हैं सुरां सिद्धां की शुद्ध। विरला मन सतगुर दी मत अधीन प्राप्त विवेक बुद्धि राही महसूस करता है कि ये जागृत शुद्ध दी कामयाबी जिहड़ी सिद्धि है, ये सुरां दे तुल है। भाव रतन जवाहर माणिक, रतन जवाहर सानू मिलते हैं समुंदर विच। सुरां सतगुर दी मत नाल जिन्हां गुणां दी सोझी शुद्ध हुंदी है, सोझी नूं शुद्ध कहंदे ने। शुद्ध मीनस सोझी मीनस अवेयरनैस। जे कोई बंदा सुत्ता होवे ना, असीं कहंदे ना बेसुद्ध सुत्ता है, शुद्ध नहीं है इसको। अगर वो जाग पड़े, जे मैं इन्हां अखां दे नाल सुत्ता होया, इसनूं सोना नहीं कहंदे ने। मेरी अखां खुलियां होण फिर भी मैं अवगुण करदा होवां, इहनूं गुरमति च सोना कहंदे ने। और जो मनुख खुलियां अखां दे नाल सुत्ता होवे ना, ਉਹ सतगुर दी मत दे चंगे गुण प्राप्त नहीं कर सकता। इस करके गुरु साहब कहते ने इस ग्रह में कोई जागत रहे, कोई जागत रहे, इस ग्रह में कोई जागत रहे, कोई जागत रहे, साबत वस्तु ओ अपनी लहे। जो जागदा है मीन्स अलर्ट, जो जागदा है मीन्स अवेयरनेस, जो जागदा है मीन्स ओ बेहोशी वाले काम नहीं करता। ਉਹਦੀ ਜਿਹੜੀ ਜਾਗਰਤ ਅਵਸਥਾ ਹੈ ਨਾ, शुद्ध सोझी उन्हां गुणां नूं दृढ़ सुभाव विच जीउंदा है
ਤੇ ਚੰਗੇ ਗੁਣਾਂ ਦੀ ਸਿੱਧੀ ਪ੍ਰਾਪਤ ਕਰਦਾ ਹੈ। ਇਹਨੂੰ ਜਪਜੀ ਸਾਹਿਬ ਦੀ ਇਸ ਪੌੜੀ ਵਿੱਚ ਤਿੱਥੈ ਘੜੀਐ ਸੁਰਾਂ ਸਿਧਾਂ ਕੀ ਸੁਧ ਦੀ ਅਵਸਥਾ ਕਹਿੰਦੇ ਨੇ। ਇਹ ਅਵਸਥਾ ਪ੍ਰਾਪਤ ਹੋਈ ਜਦੋਂ ਸ਼੍ਰਮ ਖੰਡ ਅੰਦਰ ਪਹੁੰਚਿਆ। ਇਸ ਤੋਂ ਅਗਲੀ ਅਵਸਥਾ ਕੱਲ੍ਹ ਅਸੀਂ ਸਾਂਝ ਕਰਾਂਗੇ। ਜਿਸ ਗੁਰਦੁਆਰੇ ਵੀ ਸ਼ਾਮ ਨੂੰ ਪ੍ਰੋਗਰਾਮ ਹੈ ਇਸੇ ਵਕਤ, ਉੱਥੇ ਅਸੀਂ ਸਿੱਖਾਂਗੇ ਕਰਮ ਖੰਡ ਕੀ ਬਾਣੀ ਜ਼ੋਰ। ਅਸੀਂ ਅਗਲਾ ਖੰਡ ਸਾਂਝ ਕਰਾਂਗੇ।